ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਹੈ ਬਿਘਨ ਬਿਨਾਸਨ ਸੋਏ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਜਗਮਗਾਤ ਜਗ ਤਾਰਨੀ ਜਗਤ ਬਿਖੇ ਜੈ ਜੋਤ। ਜੈ ਜਾਲ ਪਾ ਜੈ ਕਰੀ ਕੀਜੇ ਸੁਮਤ ਉਦੋਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਕ ਪਵਿੱਤਰ ਪਾਵਨ ਹਜ਼ੂਰੀ 'ਚ ਸਾਹਿਬ ਨੌਵੇਂ ਗੁਰਦੇਵ ਪਰਮ ਦਿਆਲੂ ਕਿਰਪਾਲੂ ਮਿਹਰਬਾਨ ਜਗਤ ਸਾਈਂ ਵੈਰਾਗ ਤਿਆਗ ਦੀ ਮੂਰਤ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਰਮ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਰਹੇ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਜਿਨਕੇ ਭਾਗ ਬੜੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ। ਭਾਗਾਂ ਵਾਲੇ ਹੋ ਕਿ ਗੁਰੂ ਕੀ ਸੰਗਤ ਦਾ ਰੰਗ ਮਾਣ ਰਹੇ ਹੋ, ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਗਰੀਬ ਨਵਾਜ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਬਹੁਤ ਹੀ ਅਦਬ ਸਤਿਕਾਰ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਬਾਦਸ਼ਾਹ ਕਾਰੂ ਜਿਸ ਨੇ ਬਹੁਤ ਧਨ ਇਕੱਤਰ ਕੀਤਾ, ਪਰ ਜੋ ਧਨ ਇਕੱਤਰ ਕਰਨਾ ਸੀ ਉਹਦੇ ਤੋਂ ਵਿਹੂਣਾ ਖਾਲੀ ਹੈ।
ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਕਾਰੂ ਨੂੰ, ਇੱਕ ਕਾਰੂ ਪਹਿਲਾਂ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਤੋਂ, ਇਹ ਦੂਸਰਾ ਕਾਰੂ ਹੈ। ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਨਸੀਹਤਨਾਮਾ ਉਚਾਰਨ ਕਰਕੇ ਇਹਨੂੰ ਉਪਦੇਸ਼ ਦਿੱਤਾ ਹੈ। ਕੀਚਾ ਨੇਕ ਨਾਮੀ ਦੀਜਾ ਖੁਦਾਏ, ਦੁਨੀਆ ਕਾ ਦੀਵਾਨਾ ਕਹੈ ਮੁਲਕ ਮੇਰਾ, ਆਈ ਮੌਤ ਸਿਰ ਪਰ ਨਾ ਮੇਰਾ ਨਾ ਤੇਰਾ, ਲਾਨਤ ਹੈ ਤੈ ਕੁਅਰ ਤੈ ਕੀ ਕਮਾਈ। ਇਹ ਐਸੇ ਪਵਿੱਤਰ ਬਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਉਚਾਰਨ ਕਰਕੇ ਕਾਰੂ ਨੂੰ ਉਪਦੇਸ਼ ਦੇ ਕੇ ਕਿਰਤਾਰਥ ਕੀਤਾ ਹੈ। ਗੁਰੂ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ 'ਚ ਢਹਿ ਕੇ ਬੇਨਤੀ ਕੀਤੀ, ਮਹਾਰਾਜ ਬਖਸ਼ੋ ਬਖਸ਼ੰਦ ਹਰੀ, ਮੇਰਾ ਜੀਵਨ ਸਫਲਾ ਹੋਵੇ। ਆਖਿਆ ਇਸ ਜੀਵਨ ਨੂੰ ਸਫਲਿਆਂ ਕਰਨ ਦਾ ਕਾਰੂ ਇੱਕੋ ਇੱਕ ਤਰੀਕਾ ਹੈ, ਪਰਮੇਸ਼ਰ ਦਾ ਨਾਮ ਜਪਿਆ ਕਰ। ਔਰ ਇਹ ਜਿਤਨਾ ਧਨ ਇਕੱਤਰ ਕੀਤਾ ਹੈ ਇਹ ਲੋੜਵੰਦਾਂ ਵਿੱਚ, ਸਾਰਿਆਂ ਵਿੱਚ, ਜਾਚਕਾਂ ਵਿੱਚ ਵੰਡ ਦੇ। ਪਰਉਪਕਾਰ ਨਿਮਿਤ ਲੰਗਰ ਚਲਾਓ, ਧਰਮਸ਼ਾਲਾ ਸਥਾਪਿਤ ਕਰੋ, ਕਥਾ ਕੀਰਤਨ ਦੇ ਪ੍ਰਵਾਹ ਚਲਾਓ, ਸੁਣੋ। ਇਹ ਪਾਵਨ ਪਵਿੱਤਰ ਉਪਦੇਸ਼ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਦਸ਼ਾਹ ਕਾਰੂ ਨੂੰ ਦੇ ਕੇ ਕਿਰਤਾਰਥ ਕੀਤਾ ਹੈ। ਆਓ ਅਗਲੇਰਾ ਪ੍ਰਸੰਗ ਪ੍ਰਾਰੰਭ ਹੋ ਰਿਹਾ ਹੈ। ਸ਼੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥ ਦਾ ਉਤਰਾਰਧ ਹਿੱਸਾ ਚੱਲ ਰਿਹਾ ਹੈ, ਕਿਉਂਕਿ ਇਹ ਪਾਵਨ ਗ੍ਰੰਥ ਮਹਾਕਵੀ ਜੀ ਨੇ ਦੋ ਹਿੱਸਿਆਂ 'ਚ ਲਿਖਿਆ ਹੈ। ਇੱਕ ਨੂੰ ਪੂਰਵਾਰਧ ਕਹਿੰਦੇ ਹਨ, ਜਿਹਦੀ ਪਿੱਛੇ ਕਥਾ ਸਮਾਪਤ ਹੋ ਚੁੱਕੀ ਹੈ। ਦੂਸਰੇ ਭਾਗ ਨੂੰ ਉਤਰਾਰਧ ਦਾ ਹਿੱਸਾ ਕਹਿੰਦੇ ਹਨ। ਉਤਰਾਰਧ ਦੇ ਹਿੱਸੇ ਦੇ ਅੱਗੇ 17ਵੇਂ ਪ੍ਰਸੰਗ ਦੀ 17ਵੇਂ ਪ੍ਰਕਰਣ ਦੀ ਆਰੰਭਤਾ ਹੋ ਰਹੀ ਹੈ। ਉਹਦੇ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਚੰਡ ਸ਼ਕਤੀ ਜੋ ਸਾਰਿਆਂ ਵਿੱਚ ਵਿਦਵਾਨ ਹੈ, ਉਹਦਾ ਮੰਗਲ ਮਹਾਕਵੀ ਜੀ ਕਰ ਰਹੇ ਹਨ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾਓ, ਰਸਨਾ ਕਰੋ ਪਵਿੱਤਰ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਜਗਮਗਾਤ ਜਗ ਤਾਰਨੀ, ਜਗਤ ਵਿਖੇ ਜੈ ਜੋਤ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਪਿਤਾ ਵੀ ਹੈ ਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮਾਤਾ ਵੀ ਹੈ। ਸ਼ਿਵ ਤੇ ਸ਼ਕਤੀ ਦੋਨਾਂ ਦੇ ਸੰਬੰਧ ਤੋਂ ਸੰਸਾਰ ਦੀ ਉਤਪਤੀ ਹੋਈ। ਸ਼ਿਵ ਅਕਾਲ ਪੁਰਖ ਹੈ, ਪਰਮੇਸ਼ਰ ਹੈ, ਔਰ ਉਹਦੀ ਜਿਹੜੀ ਮਾਇਆ ਹੈ ਸ਼ਕਤੀ, ਉਹਦੇ ਤੋਂ ਵੱਖਰੀ ਨਹੀਂ ਹੈ। ਕਿਸੇ ਦੀ ਸ਼ਕਤੀ ਉਹਦੇ ਤੋਂ ਵੱਖਰੀ ਤਾਂ ਨਹੀਂ ਹੈ। ਸਾਡੇ ਸਰੀਰ ਦੀ ਸ਼ਕਤੀ ਸਾਡੇ ਸਰੀਰ ਦੇ ਨਾਲ ਹੀ ਹੈ ਨਾ। ਇਸੇ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਸ਼ਕਤੀ, ਜਿਸ ਨੂੰ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਮਹਾਰਾਜ ਜੀ ਦਾ ਬਚਨ ਹੈ ਕਿ ਕਿਵੇਂ ਉਹ ਤਿੰਨ ਗੁਣਾਂ ਤੋਂ ਫਿਰ ਰਜੋਗੁਣ, ਤਮੋਗੁਣ, ਸਤੋਗੁਣ ਹੋ ਕੇ ਸ੍ਰਿਸ਼ਟੀ ਦੀ ਉਤਪਤੀ, ਪਰਲੋ ਤੇ ਸੰਘਾਰ ਹੁੰਦਾ ਹੈ। ਉਹ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਹੈ ਜੋ ਸਾਰਿਆਂ ਵਿੱਚ ਵਿਆਪਕ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸ਼ਕਤੀ ਦੀ ਹੀ ਜੋਤ ਹੈ ਜਿਹੜੀ ਸਾਰਿਆਂ ਵਿੱਚ ਜਗਮਗਾਤ ਹੈ। ਜਗਮਗਾਤ ਦਾ ਮਤਲਬ ਹੈ ਜੋ ਸਾਰਿਆਂ ਵਿੱਚ ਵਿਆਪਕ ਹੈ ਔਰ ਸਰਬ ਦਾ ਪ੍ਰਕਾਸ਼ ਕਰਨ ਵਾਲਾ, ਸਭ ਦਾ ਪ੍ਰਕਾਸ਼ਕ ਹੈ। ਜੈ ਜਾਲ ਪਾਜੈ ਕਰੀ, ਕੀਜੇ ਸੋ ਮਾਤੇ ਉਦੋਤ। ਉਹਦੀ ਜੈ ਜੈਕਾਰ ਹੈ, ਜੈ ਜੈਕਾਰ ਹੈ, ਉਹਦੀ ਸਦਾ ਹੀ ਜੈ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸ ਪ੍ਰਚੰਡ ਸ਼ਕਤੀ ਨੂੰ ਨਮਸਕਾਰ ਹੈ ਔਰ ਮੰਗ ਹੈ ਕਿ ਹੇ ਵਾਹਿਗੁਰੂ ਜੀ, ਕਿਰਪਾ ਕਰੋ, ਦਇਆ ਕਰੋ, ਮੇਰੀ ਸੁਮੱਤ ਵਿੱਚ ਪ੍ਰਕਾਸ਼ ਕਰੋ ਕਿ ਮੈਂ ਤੁਹਾਡੀ ਸੋਹਣੀ ਅੰਮ੍ਰਿਤਮਈ ਕਥਾ ਨੂੰ ਕਹਿ ਸਕਾਂ, ਆਪ ਜੀ ਦੀ ਅੰਮ੍ਰਿਤਮਈ ਕਥਾ ਨੂੰ ਵਰਣਨ ਕਰ ਸਕਾਂ। ਐਸੀ ਸੁਮੱਤ ਆਪ ਜੀ ਕਿਰਪਾ ਕਰਕੇ ਮੇਰੇ ਅੰਦਰ ਪ੍ਰਕਾਸ਼ ਕਰੋ। ਜੋ ਪਈ ਸ਼੍ਰੀ ਅੰਗਦ ਸੁਨੀਏ ਸੁਖਦਾਨੀ। ਇਹ ਕਥਾ ਭਾਈ ਸਾਹਿਬ ਭਾਈ ਬਾਲਾ ਜੀ ਸਰਵਣ ਕਰਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਦੇਵ ਸਾਹਿਬ, ਹੇ ਸੁੱਖਾਂ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ,
ਆਪ ਜੀ ਸੁਣੋ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਕਲਿਆਣਕਾਰੀ ਕਥਾ ਹੈ। ਆਗੇ ਗਮਨ ਕੀਨ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪ੍ਰਕਾਰ ਨਾਲ ਇੱਥੋਂ ਅੱਗੇ ਨੂੰ ਗਮਨ ਕੀਤਾ ਹੈ, ਭਾਵ ਕਾਰੂ ਨੂੰ ਤਾਰ ਕੇ ਅੱਗੇ ਵਧੇ ਹਨ। ਹਬਸ਼ ਵਿਲਾਇਤ ਗਏ ਦਿਆਲਾ। ਇੱਕ ਐਸਾ ਦੇਸ਼ ਹੈ ਜਿਸ ਦੇਸ਼ ਦਾ ਨਾਮ ਹੈ ਹਬਸ਼ ਵਿਲਾਇਤ। ਹਬਸ਼ ਵਿਲਾਇਤ ਅਰਬ ਦਾ ਹੀ ਕੋਈ ਦੇਸ਼ ਜਾਪਦਾ ਹੈ। ਉਸ ਦੇਸ਼ ਵਿੱਚ ਗਰੀਬ ਨਵਾਜ ਪਾਤਸ਼ਾਹ ਜੀ ਗਏ ਹਨ। ਪਾਤਸ਼ਾਹ ਤੈਂ ਦੁਸ਼ਟ ਵਿਸਾਲਾ। ਇੱਥੇ ਜਿਹੜਾ ਬਾਦਸ਼ਾਹ ਰਹਿੰਦਾ ਹਬਸ਼ ਵਿਲਾਇਤ ਦੇਸ਼ ਦਾ ਬੜਾ ਦੁਸ਼ਟ ਹੈ, ਬਹੁਤ ਜ਼ਿਆਦਾ ਦੁਸ਼ਟਤਾਈ ਦੀ ਬਿਰਤੀ ਵਿੱਚ ਪ੍ਰਵਿਰਤ ਹੈ। ਖਾਲਸਾ ਜੀ, ਅਕਸਰ ਕਈ ਵਾਰੀ ਬਹੁਤ ਵੱਡੀ ਸੱਤਾ ਨੂੰ ਪ੍ਰਾਪਤ ਕਰਕੇ ਲੋਕ ਭ੍ਰਸ਼ਟ ਹੋ ਜਾਂਦੇ ਹਨ। ਉਹਨਾਂ ਦੀ ਬਿਰਤੀ 'ਚ ਦਇਆ ਖਤਮ ਹੋ ਜਾਂਦੀ ਤੇ ਜਰਵਾਣੀ ਬਿਰਤੀ ਨੂੰ ਧਾਰਨ ਕਰ ਲੈਂਦੇ ਹਨ। ਤੋ ਇਹ ਰਾਜਾ ਐਸਾ ਸੀ ਜੋ ਬਹੁਤ ਜ਼ਿਆਦਾ ਦੁਸ਼ਟ ਬਿਰਤੀ ਦਾ ਮਾਲਕ ਸੀ। ਹਿੰਦੂ ਨਰ ਤਿਸ ਦੇਸ਼ ਜੇ ਆਵੇ। ਅਰਬ ਦੇਸ਼ ਦਾ ਰਾਜਾ ਸੀ, ਇਸ ਕਰਕੇ ਜੇ ਕੋਈ ਹਿੰਦੂ ਵਿਅਕਤੀ ਜਿਹੜਾ ਹਿੰਦੂ ਧਰਮ ਨਾਲ ਦਾ ਸੰਬੰਧ ਰੱਖਦਾ ਹੋਵੇ, ਜੇ ਕਿਤੇ ਇਹਦੇ ਦੇਸ਼ ਵਿੱਚ ਭੁੱਲਿਆ ਭਟਕਿਆ ਪਹੁੰਚ ਜਾਵੇ, ਗਹੇ ਤਾਏ ਜਮ ਧਾਮ ਪਠਾਵੇ। ਇਹ ਉਹਨੂੰ ਫੜ ਕੇ ਮਾਰ ਦਿੰਦਾ ਸੀ, ਉਹਦਾ ਕਤਲ ਕਰ ਦਿੰਦਾ ਸੀ, ਉਹਨੂੰ ਫਾਹੇ ਟੰਗ ਦਿੰਦਾ ਸੀ, ਕਿਸੇ ਵੀ ਤਰੀਕੇ ਨਾਲ ਉਹਨੂੰ ਮਾਰ ਦਿੰਦਾ ਸੀ। ਆਪਣੇ ਦੇਸ਼ ਵਿੱਚ ਆਏ ਹੋਏ ਕਿਸੇ ਵੀ ਹਿੰਦੂ ਵਿਅਕਤੀ ਨੂੰ ਜਿਉਂਦਾ ਨਹੀਂ ਸੀ ਰਹਿਣ ਦਿੰਦਾ। ਇਹੋ ਜਿਹਾ ਜਰਵਾਣਾ ਰਾਜਾ ਸੀ। ਤਿਸ ਕੀ ਧੂਮ ਪ੍ਰਗਟ ਪਈ ਸਾਰੇ। ਇਹਦੀ ਧੂਮ ਸਾਰੇ ਪਾਸੇ ਪ੍ਰਗਟ ਸੀ, ਸਾਰਿਆਂ ਇਲਾਕਿਆਂ ਵਿੱਚ ਇਹਦਾ ਨਾਚ ਇਸੇ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਸੀ। ਕਿਹਾ ਜਾਂਦਾ ਸੀ ਵੀ ਫਲਾਣੇ ਰਾਜੇ ਦੇ ਦੇਸ਼ ਵਿੱਚ ਨਾ ਜਾਇਓ, ਬੜਾ ਜਰਵਾਣਾ ਹੈ, ਉਹ ਪਕੜ ਕੇ ਮਾਰ ਘੱਤਦਾ, ਕਤਲ ਕਰ ਦਿੰਦਾ ਹੈ। ਹਾਂਜੀ, ਜੋ ਹਿੰਦੂ ਪਾਵੇ ਤਹਿ ਮਾਰੇ। ਇਹਦੀ ਇਹ ਗੱਲ ਸਾਰੇ ਇਲਾਕੇ ਦੂਜੇ ਦੇਸ਼ਾਂ ਵਿੱਚ ਵੀ ਪਹੁੰਚੀ ਕਿ ਜੇ ਕੋਈ ਹਿੰਦੂ ਇਹਦੇ ਦੇਸ਼ ਵਿੱਚ, ਇਹਦੇ ਰਾਜ ਵਿੱਚ ਚਲਾ ਜਾਂਦਾ ਹੈ ਤਾਂ ਉਹਨੂੰ ਇਹ ਮਾਰ ਦਿੰਦਾ, ਕਤਲ ਕਰ ਦਿੰਦਾ ਹੈ। ਪਹੁੰਚੇ ਸਤਿਗੁਰ ਨਾਮ ਜਪਾਵਨ। ਐਸੇ ਜਰਵਾਣੇ ਰਾਜੇ ਨੂੰ ਮੱਤ ਦੇਣ ਵਾਸਤੇ, ਅਕਲ ਦੇਣ ਵਾਸਤੇ, ਕਿਉਂ ਸੱਜਣਾ ਇਹ ਰੱਬ ਦੇ ਬਣਾਏ ਬੰਦੇ ਆ ਸਾਰੇ, ਇਹ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਜੀ ਨੇ। ਤੋ ਇਹ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਹਿੰਦੂ ਤੁਰਕ ਕੋ ਰਾਫ ਜੀ ਇਮਾਮ ਸਾਫੀ, ਮਾਨਸ ਕੀ ਜਾਤ ਸਭ ਏਕ ਹੈ, ਪਹਿਚਾਨਬੋ ਦਾ ਸਿਧਾਂਤ ਇਹਨੂੰ ਦੱਸਣ ਵਾਸਤੇ, ਇਹਨੂੰ ਨਾਮ ਜਪਾ ਕੇ ਭਲੇ ਪਾਸੇ ਲਾਉਣ ਵਾਸਤੇ ਦੀਨ ਦਿਆਲ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦੇਸ਼ ਵਿੱਚ, ਇਹਦੇ ਰਾਜ ਵਿੱਚ ਆਏ ਹਨ। ਟੇਡੇ ਚਲਤ ਸੂਦੇ ਮਗ ਪਾਵਨ। ਟੇਢਿਆਂ ਰਾਹਾਂ ਤੇ ਚੱਲਣ ਵਾਲਿਆਂ ਨੂੰ ਸਿੱਧੇ ਰਾਹ ਤੇ ਪਾਉਣ ਵਾਸਤੇ, ਆਹਾ ਭੁੱਲਿਆਂ ਨੂੰ ਮਾਰਗ ਪਾਉਣ ਵਾਸਤੇ, ਉਜੜ ਜਾਂਦਿਆਂ ਨੂੰ, ਭਰਮ ਦੇ ਵਿੱਚ ਭਟਕਦਿਆਂ ਹੋਇਆਂ ਨੂੰ ਸਿੱਧੇ ਰਾਹ ਤੇ ਪਾਉਣ ਵਾਸਤੇ ਆਏ ਹਨ। ਕਰਤ ਕੁਕਰਮ ਸੇ ਸਰਬ ਹਟਾਵਨ। ਜਿਹੜੇ ਕੁਕਰਮ ਕਰ ਰਹੇ ਨੇ, ਭੈੜੇ ਕਰਮਾਂ ਵਿੱਚ ਪ੍ਰਵਿਰਤ ਹੋ ਰਹੇ ਨੇ, ਖੋਟੇ ਕਰਮਾਂ 'ਚ ਪ੍ਰਵਿਰਤ ਹੋ ਰਹੇ ਨੇ, ਉਹਨਾਂ ਨੂੰ ਸ਼ੁਭ ਰਾਹ ਤੇ ਪਾਉਣ ਵਾਸਤੇ, ਉਹਨਾਂ ਨੂੰ ਸ਼ੁਭ ਕਰਮਨ ਦੀ ਬਿਰਤੀ ਵਿੱਚ ਪ੍ਰੇਰਨ ਵਾਸਤੇ ਆਏ ਹਨ। ਨੀਕੋ ਧਰਮ ਉਪਦੇਸ਼ ਦ੍ਰਿੜਾਵਨ। ਨੀਕੋ ਕਹਿੰਦੇ ਆ ਚੰਗਾ ਭਲਾ ਧਰਮ, ਜਿਹੜਾ ਦੁਨੀਆ ਦਾ ਸਭ ਤੋਂ ਸ੍ਰੇਸ਼ਟ ਧਰਮ, ਆਹ ਸਭ ਤੋਂ ਸ੍ਰੇਸ਼ਟ ਧਰਮ ਜਿਹੜਾ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਾਇਆ ਨਾ, ਜਿੱਥੇ ਜਿੱਥੇ ਵੀ ਗਏ ਨੇ, ਪੂਰੇ ਸੰਸਾਰ ਭਰ ਵਿੱਚ ਇਹ ਧਰਮ ਸਭ ਤੋਂ ਸ੍ਰੇਸ਼ਟ ਧਰਮ ਹੈ, ਔਰ ਉਹ ਹੈ ਹਰੀ ਦਾ ਨਾਮ ਜਪਣਾ ਤੇ ਨਿਰਮਲ ਕਰਮ ਕਰਨੇ। ਸਤਿ ਸ੍ਰੀ ਅਕਾਲ। ਦੁਨੀਆ ਦੇ ਜਿਤਨੇ ਧਰਮ ਨੇ, ਉਹਨਾਂ ਸਾਰੇ ਧਰਮਾਂ ਚੋਂ ਸਭ ਤੋਂ ਸ੍ਰੇਸ਼ਟ ਧਰਮ ਦ੍ਰਿੜ ਕਰਾਉਣ ਵਾਸਤੇ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਹਨ। ਦੋਹਰਾ ਤੈ ਚਿਨ ਖਿਲਕ ਆਕਾਸ਼ ਤੇ, ਉਤਰਿਓ ਗੁਰ ਟਿਗ ਆਏ। ਜਿਸ ਵਕਤ ਸਤਿਗੁਰੂ ਜੀ ਇੱਥੇ ਆਏ ਨੇ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜੀ ਵਾਸਤੇ ਇੱਕ ਪੁਸ਼ਾਕ ਉਤਰੀ ਹੈ। ਕਿੱਥੋਂ ਆਈ ਹੈ, ਕਿੱਧਰੋਂ ਆਈ ਹੈ, ਇਹ ਨਹੀਂ ਪਤਾ। ਪੁਸ਼ਾਕ ਆਈ, ਬੜਾ ਸੁੰਦਰ ਕੀਮਤੀ ਅਜੀਬੋ ਗਰੀਬ ਪੁਸ਼ਾਕ ਚੋਲਾ ਹੈ। ਅੱਜ ਵੀ ਉਹ ਚੋਲਾ ਜਿਹਦਾ ਇੱਥੇ ਇਤਿਹਾਸ ਆ ਰਿਹਾ ਹੈ, ਉਹ ਡੇਰਾ ਬਾਬਾ ਨਾਨਕ ਵਿਖੇ
ਗੁਰੂ ਨਾਨਕ ਸਾਹਿਬ ਦੀ ਅੰਸ ਬੰਸ ਰਹਿੰਦੀ ਹੈ। ਬਾਬਾ ਧਰਮਚੰਦ ਸਾਹਿਬ ਜੀ ਦੇ ਅੱਗੋਂ ਦੋ ਪੁੱਤਰ ਸਨ। ਬਾਬਾ ਧਰਮਚੰਦ ਜੀ ਗੁਰੂ ਨਾਨਕ ਸਾਹਿਬ ਦੇ ਪੋਤਰੇ ਸੀ। ਉਹਨਾਂ ਦੇ ਅੱਗੋਂ ਦੋ ਪੁੱਤਰ ਸੀ, ਇੱਕ ਭਾਈ ਮਾਣਕ ਚੰਦ ਜੀ, ਦੂਜੇ ਭਾਈ ਮਿਹਰ ਚੰਦ ਜੀ। ਉਹ ਦੋ ਵੰਸ਼ਜ ਜਿਹੜੀਆਂ ਬਾਬਾ ਮਿਹਰ ਚੰਦ ਤੇ ਮਾਣਕ ਚੰਦ ਜੀ ਦੀਆਂ ਚੱਲਦੀਆਂ, ਉਹਨਾਂ ਵਿੱਚੋਂ ਬਾਬਾ ਮਿਹਰ ਚੰਦ ਜੀ ਦੀ ਕੁਝ ਅੰਸ਼ ਬੰਸ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ, ਉਹ ਡੇਰਾ ਬਾਬਾ ਨਾਨਕ ਵਿਖੇ ਰਹਿੰਦੀ ਹੈ। ਉਹ ਚੋਲਾ ਅੱਜ ਵੀ ਉਹਨਾਂ ਦੇ ਕੋਲ ਸੋਭਨੀਕ ਹੈ, ਸੰਗਤਾਂ ਨੂੰ ਉਹ ਦਰਸ਼ਨ ਕਰਾਉਂਦੇ ਹੈ। ਕਈ ਸਾਲ ਹੋਏ ਅਸੀਂ ਗਏ ਸਾਂ ਤੇ ਉਸ ਚੋਲੇ ਦੇ, ਮਹਾਰਾਜ ਜੀ ਦੇ ਚੋਲੇ ਦੇ ਦਰਸ਼ਨ ਦੀਦਾਰ ਕੀਤੇ ਸਨ। ਉਹਦਾ ਇਤਿਹਾਸ ਇੱਥੇ ਆ ਰਿਹਾ। ਕਹਿੰਦੇ ਬੜਾ ਸੁੰਦਰ ਚੋਲਾ ਹੈ, ਕਿੱਥੋਂ ਆਇਆ ਹੈ ਨਹੀਂ ਦੱਸਿਆ ਜਾ ਸਕਦਾ। ਅਜਗੈਬੀ ਚੋਲਾ ਮਹਾਰਾਜ ਜੀ ਲਈ ਉਤਰਿਆ ਹੈ। ਰੰਗ ਨ ਜਾਣਿਓ ਜਾਵਈ ਅਚਰਜ ਬਨਿਓ ਬਣਾਏ। ਉਹ ਚੋਲੇ ਦੇ ਰੰਗ ਦਾ ਨਹੀਂ ਪਤਾ ਲੱਗਦਾ ਵੀ ਉਹਦਾ ਰੰਗ ਕਿਹੜਾ ਹੈ। ਬੜਾ ਅਚਰਜ ਹੀ ਬਣਿਆ ਹੋਇਆ, ਉਹਦੇ ਰੰਗ ਦਾ ਨਹੀਂ। ਭਾਈ ਬਾਲਾ ਜੀ ਕਹਿੰਦੇ ਐਸਾ ਅਜੀਬੋ ਗਰੀਬ ਚੋਲਾ ਸੀ ਕਿ ਉਹਦੇ ਰੰਗ ਦਾ ਨਹੀਂ ਪਤਾ ਲੱਗਦਾ ਵੀ ਉਹ ਲਾਲ ਹੈ, ਪੀਲਾ ਹੈ, ਹਰਾ ਹੈ, ਨੀਲਾ ਹੈ, ਕਾਲਾ ਹੈ। ਇੱਕ ਰੰਗ ਦਿਸਦਾ ਹੀ ਨਹੀਂ ਉਹਦਾ ਕੋਈ। ਉਹਦੇ ਰੰਗ ਦਾ ਪਤਾ ਨਹੀਂ ਲੱਗਦਾ। ਬੜਾ ਅਚਰਜ ਹੀ ਉਹਦਾ ਬਣਾਓ ਬਣਿਆ ਹੋਇਆ ਹੈ। ਚੌਪਾਈ ਸਰਬ ਭਾਂਤ ਕੇ ਲਿਖੀਏ ਅੱਖਰ। ਫਿਰ ਉਸ ਚੋਲੇ ਦੀ ਖਾਸੀਅਤ ਇਹ ਹੈ ਵੀ ਉਸ ਚੋਲੇ ਦੇ ਉੱਤੇ ਅੱਖਰ ਲਿਖੇ ਹੋਏ ਨੇ। ਸੰਸਕ੍ਰਿਤ ਵਿੱਚ ਵੀ ਲਿਖੇ ਹੋਏ ਨੇ, ਅਰਬੀ ਭਾਸ਼ਾ ਵਿੱਚ ਵੀ ਲਿਖੇ ਹੋਏ ਨੇ। ਕਈ ਤਰ੍ਹਾਂ ਦੇ ਅਕਸ਼ਰ ਜਿਹੜੇ ਨੇ ਉਸ ਚੋਲੇ ਤੇ ਲਿਖੇ ਹੋਏ ਨੇ। ਹਿੰਦਵੀ ਬਹੁਰ ਪਾਰਸੀ ਤਾਂ ਪਰ। ਕਹਿੰਦੇ ਹਿੰਦਵੀ ਦਾ ਮਤਲਬ ਹੁੰਦਾ ਵੀ ਇੱਧਰ ਜਿਹੜੀ ਹਿੰਦੁਸਤਾਨ 'ਚ ਬੋਲੀ ਜਾਣ ਵਾਲੀ ਭਾਸ਼ਾ ਸੰਸਕ੍ਰਿਤ ਵਗੈਰਾ, ਉਹਦੇ ਅੱਖਰ। ਫਿਰ ਫਾਰਸੀ ਦੇ ਅੱਖਰ ਲਿਖੇ ਹੋਏ ਨੇ। ਅਰਬੀ ਔਰ ਤੋਰ ਕੀ ਜੋਏ। ਫਿਰ ਤੁਰਕਾਂ ਦੀ ਜਿਹੜੀ ਬੋਲੀ ਆ ਅਰਬੀ ਭਾਸ਼ਾ, ਉਹਦੇ ਅੱਖਰ ਉਹਦੇ ਤੇ ਲਿਖੇ, ਆਇਤਾਂ ਲਿਖੀਆਂ ਹੋਈਆਂ ਨੇ। ਸੰਸਕ੍ਰਿਤੀ ਜੋ ਅੱਖਰ ਸੋਏ। ਸੰਸਕ੍ਰਿਤ ਦੇ ਅਕਸ਼ਰ ਕਹਿੰਦੇ ਮਿਲੇ ਜੁਲੇ ਜੇ ਅੱਖਰ ਨੇ। ਤਾਂ ਸੰਸਕ੍ਰਿਤ ਦੇ ਨੇ, ਹਿੰਦੀ ਦੇ ਨੇ, ਫਾਰਸੀ ਦੇ ਨੇ, ਅਰਬੀ ਭਾਸ਼ਾ ਦੇ ਹਨ। ਸੋ ਖਿਲ ਕਾਲੇ ਗੁਰ ਗਰ ਪਾਇਓ। ਉਹ ਚੋਲਾ ਮਹਾਰਾਜ ਜੀ ਕੋਲ ਉਤਰਿਆ। ਉਹ ਖਿਲਕਾ ਕਹਿੰਦੇ ਆ, ਉਹ ਪੁਸ਼ਾਕ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਰੀਰ ਤੇ ਧਾਰਨ ਕੀਤੀ ਹੈ। ਰੰਗ ਕੁਦਰਤੀ ਅਧਿਕ ਸੁਹਾਇਓ। ਕਹਿੰਦੇ ਉਹਦਾ ਕੁਦਰਤੀ ਰੰਗ ਹੈ। ਫਿਰ ਇੱਕ ਪਾਇਆ ਗੁਰੂ ਨਾਨਕ ਸਾਹਿਬ ਨੇ ਹੋਵੇ ਤੇ ਸੋਹਣਾ ਕਿਉਂ ਨਾ ਲੱਗੇ। ਗੁਰੂ ਨਾਨਕ ਸਾਹਿਬ ਤਾਂ ਜਿਹੜੀ ਵੀ ਵਸਤੂ ਪਾ ਲੈਣ ਉਹ ਸੋਹਣੀ ਹੋ ਜਾਂਦੀ ਹੈ। ਕਹਿੰਦੇ ਚੋਲਾ ਵਾਕਈ ਬੜਾ ਸੁੰਦਰ ਸੀ, ਪਰ ਪਾਇਆ ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਹੋਰ ਹੀ ਸੁੰਦਰ ਹੋ ਗਿਆ। ਉਹਦਾ ਰੰਗ ਹੀ ਕੁਦਰਤੀ ਨਜ਼ਰ ਆ ਰਿਹਾ ਹੈ। ਜੈਪੁਰ ਵਿਖੇ ਰਹੇ ਅਵਨੀਪਾ। ਸਤਿਗੁਰੂ ਜੀ ਉਸੇ ਨਗਰ ਵਿੱਚ ਆਏ ਨੇ ਜਿੱਥੇ ਉਹ ਜਰਵਾਣਾ ਰਾਜਾ ਰਹਿੰਦਾ ਸੀ। ਇਹਦਾ ਨਾਮ ਇਤਿਹਾਸ ਵਿੱਚ ਰਾਜਾ ਲਾਜਵਰਦ ਕਰਕੇ ਵੀ ਆਉਣਾ ਹੈ। ਉਸੇ ਨਗਰ ਦੇ ਵਿੱਚ ਸਤਿਗੁਰੂ ਜੀ ਆਏ। ਬੈਠੇ ਤੈਂ ਕੇ ਜਾਏ ਸਮੀਪਾ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸੇ ਨਗਰ ਦੇ ਨੇੜੇ ਜਿੱਥੇ ਉਹ ਰਾਜਾ ਰਹਿੰਦਾ ਸੀ, ਪਾਤਸ਼ਾਹ ਜੀ ਆ ਕੇ ਬੈਠ ਗਏ। ਜਬ ਨਰ ਨਿਕਸ ਵਿਲੋਕਿਓ ਆਈ। ਨਗਰ ਦੇ ਲੋਕ ਟੁਰੇ ਫਿਰਦੇ ਸੀ। ਜਦੋਂ ਇੱਕ ਦੋ ਬੰਦੇ ਬਾਹਰ ਨੂੰ ਆਏ, ਉਹਨਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੈਠਿਆਂ ਵੇਖਿਆ। ਰਹੇ ਵਿਸ਼ਾਲ ਹਿਰਦੇ ਬਿਸਮਾਈ। ਉਹ ਬੜੇ ਹੈਰਾਨ ਹੋਏ ਵੇਖ ਕੇ। ਉਹਨਾਂ ਦਾ ਹਿਰਦਾ ਬੜਾ ਅਚਰਜ ਤੇ ਹੈਰਾਨ ਹੋਇਆ। ਪ੍ਰਗਟ ਨਗਰ ਮੈਂ ਜਬ ਸੁਧ ਹੋਈ। ਨਗਰ ਦੇ ਵਿੱਚ ਇਹ ਗੱਲ ਸਾਰੇ 'ਚ ਪ੍ਰਗਟ ਹੋ ਗਈ ਕਿ ਕੋਈ ਹਿੰਦੂ ਆ ਗਿਆ ਸਾਡੇ ਨਗਰ 'ਚ। ਕਿਉਂਕਿ ਉੱਥੇ ਕੋਈ ਹਿੰਦੂ ਆਉਂਦਾ ਉਹਨੂੰ ਮਾਰ ਦਿੰਦੇ ਸੀ। ਇੱਕਦਮ ਸਾਰੇ ਨਗਰ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ। ਤਾਏ ਤਾਏ ਦੇਖੇ ਸਭ ਕੋਈ। ਲੋਕ ਆਉਂਦੇ ਆ ਬਾਹਰ ਭੱਜ ਭੱਜ ਕੇ ਆ ਕੇ ਵੇਖਦੇ ਹਨ। ਪਾਤਸ਼ਾਹ ਕੇ ਜਾਏ ਅਗਾਰੀ। ਕੁਝ ਲੋਕ ਜਾ ਕੇ ਬਾਦਸ਼ਾਹ ਨੂੰ ਦੱਸਦੇ ਨੇ, ਉਹਦੇ ਕੋਲ ਅੱਗੇ ਜਾ ਕੇ। ਨਰਨ ਸੁਨਾਏ ਦੀਨ ਸੁਧ ਸਾਰੀ। ਜਾ ਕੇ ਸੁਣਾਇਆ ਬਾਦਸ਼ਾਹ ਸਲਾਮਤ, ਆਪਣੇ ਨਗਰ ਦੇ ਬਾਹਰ ਕੋਈ ਵਿਅਕਤੀ ਆਇਆ ਹੈ। ਵਹਿਰ ਏਕ ਆਇਓ ਦਰਵੇਸ਼ਾ। ਕੋਈ ਦਰਵੇਸ਼ ਜਾਪਦਾ ਹੈ।
ਫਕੀਰ ਜਾਪਦਾ, ਉਹਦੇ ਲਿਬਾਸ ਤੋਂ ਪਤਾ ਲੱਗਦਾ ਹੈ। ਸੋਨਿਓ ਨਾ ਪਿਖਿਓ ਖਿਲਕ ਗਰ ਐਸਾ। ਉਹਨੇ ਆਪਣੇ ਸਰੀਰ ਤੇ ਚੋਲਾ ਇਹੋ ਜਿਹਾ ਅਜੀਬੋ ਗਰੀਬ ਪਾਇਆ ਹੈ ਵੀ ਉਦਾਂ ਦਾ ਚੋਲਾ ਨਾ ਅਸੀਂ ਕਦੇ ਪਹਿਲਾਂ ਵੇਖਿਆ ਤੇ ਨਾ ਹੀ ਕਦੇ ਅਸੀਂ ਸੁਣਿਆ ਹੈ। ਕੁਰਾਨ ਕੇ 30 ਸੁਪਾਰੇ। ਉਹਦੇ ਚੋਲੇ ਦੇ ਉੱਤੇ ਕੁਰਾਨ ਦੇ 30 ਸੁਪਾਰੇ। ਸਿਪਾਰੇ ਸ਼ਬਦ ਖਾਲਸਾ ਜੀ ਆਪਾਂ ਕਹਿ ਦਿੰਦੇ ਨਾ ਅਧਿਆਏ, ਕੁਰਾਨ ਦੇ 30 ਅਧਿਆਏ ਨੇ ਟੋਟਲ ਕੁੱਲ, ਉਹਨਾਂ ਨੂੰ ਸਿਪਾਰੇ ਕਹਿ ਦਿੰਦੇ ਹਨ। ਕਹਿੰਦੇ ਜੀ ਉਹ ਜਿਹੜਾ ਚੋਲਾ ਉਹਨਾਂ ਨੇ ਪਾਇਆ, ਜਿਹੜੇ ਉਹ ਬਾਹਰ ਦਰਵੇਸ਼ ਜੀ ਆਏ ਨੇ, ਉਹਨਾਂ ਦੇ ਚੋਲੇ ਉੱਤੇ ਕੁਰਾਨ ਦੇ ਜਿਹੜੇ 30 ਸਿਪਾਰੇ ਨੇ ਅਧਿਆਏ, ਉਹਨਾਂ ਦੀਆਂ ਆਇਤਾਂ ਲਿਖੀਆਂ ਹੋਈਆਂ ਨੇ। ਤਾਂ ਪਰ ਲਿਖ ਰਾਖੇ ਹੈ ਸਾਰੇ। ਉਹ ਸਾਰੀਆਂ ਆਇਤਾਂ ਉਹਨਾਂ ਦੇ ਚੋਲੇ ਤੇ ਲਿਖੀਆਂ ਨਜ਼ਰ ਆਉਂਦੀਆਂ ਨੇ ਅਰਬੀ ਭਾਸ਼ਾ ਵਿੱਚ। ਅक्षर 5 ਪ੍ਰਕਾਰੇ ਜੋ। 5 ਪ੍ਰਕਾਰ ਦੇ ਅਕਸ਼ਰ ਜਿਹੜੇ ਹੁੰਦੇ ਨੇ ਉਹ ਦਿਸਦੇ ਨੇ। ਲਿਖੇ ਸਰਬਨੀ ਕੀ ਬਿਦ ਸੋ। ਉਹਦੇ ਵਿੱਚ ਸੰਸਕ੍ਰਿਤ ਦੇ ਅਕਸ਼ਰ ਵੀ ਨੇ, ਉਹਦੇ ਵਿੱਚ ਫਾਰਸੀ ਦੇ ਅਕਸ਼ਰ ਵੀ ਨੇ, ਉਹਦੇ 'ਚ ਹਿੰਦੀ ਦੇ ਉਰਦੂ ਦੇ ਅਕਸ਼ਰ ਵੀ ਨੇ। ਦੋਹਰਾ ਸੁਨਿਓ ਸ਼੍ਰੋਨ ਪਾਤਸ਼ਾਹ ਤਬ ਲੀਨ ਵਜ਼ੀਰ ਬੁਲਾਏ। ਜਦੋਂ ਬਾਦਸ਼ਾਹ ਨੇ ਸੁਣਿਆ ਕਿ ਇਹੋ ਜਿਹਾ ਅਜੀਬੋ ਗਰੀਬ ਚੋਲਾ ਹੈ ਜਿਹੜਾ ਉਸ ਦਰਵੇਸ਼ ਨੇ ਪਾਇਆ, ਉਹਨੇ ਉਸੇ ਵੇਲੇ ਆਪਣੇ ਵਜ਼ੀਰ, ਆਪਣੇ ਅਹਿਲਕਾਰ ਸੱਦ ਲਏ। ਵਹਿਰ ਏਕ ਦਰਵੇਸ਼ ਹੈ ਖਿਲ ਕੇ ਉਤਾਰੋ ਜਾਏ। ਕਹਿਣ ਲੱਗਾ ਬਈ ਏਦਾਂ ਕਰੋ, ਇਹ ਲੋਕ ਦੱਸਦੇ ਆ ਵੀ ਕੋਈ ਦਰਵੇਸ਼ ਆਇਆ ਬਾਹਰ, ਜਾ ਕੇ ਉਹਦਾ ਚੋਲਾ ਲਾ ਕੇ ਲੈ ਆਓ ਜਿਹੜਾ ਉਹਨੇ ਪਾਇਆ। ਕਹਿੰਦੇ ਬੜਾ ਸੋਹਣਾ ਹੈ, ਬੜਾ ਅਚਰਜ ਹੈ, ਬੜਾ ਅਜੀਬੋ ਗਰੀਬ ਚੋਲਾ ਹੈ, ਉਹਦੇ ਤੇ ਅੱਖਰ ਲਿਖੇ ਨੇ, ਉੱਤੇ ਕੁਰਾਨ ਲਿਖੀ ਹੋਈ ਹੈ। ਕਹਿੰਦੇ ਜਾ ਕੇ ਉਹ ਚੋਲਾ ਲਾ ਕੇ ਲੈ ਆਓ। ਚੋਪਈ ਆਇਸਮਾਨੀ ਚਲਿਓ ਵਜ਼ੀਰੰਗ। ਇਹ ਆਗਿਆ ਮੰਨ ਕੇ ਉਸੇ ਵੇਲੇ ਵਜ਼ੀਰ ਉੱਥੋਂ ਚੱਲ ਪਏ। ਆਇਓ ਸ਼੍ਰੀ ਨਾਨਕ ਕੇ ਤੀਰੰਗ। ਉਹ ਵਜ਼ੀਰ ਚੱਲ ਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ। ਠਾਂਡੇ ਹੋਏ ਕਰ ਗਿਰਾ ਉਚਾਰੀ। ਆ ਕੇ ਉਹਨਾਂ ਨੇ ਮਹਾਰਾਜ ਜੀ ਕੋਲ ਕੋਈ ਰਾਮ ਸਲਾਮ ਨਹੀਂ ਕੀਤੀ, ਕੋਈ ਸਜਦਾ ਨਹੀਂ ਕੀਤਾ, ਸਤਿਗੁਰਾਂ ਦੇ ਕੋਲ ਆ ਕੇ ਖਲੋ ਗਏ ਮੂੰਹ ਚੱਕ ਕੇ। ਦਿਓ ਖਿਲਕਾ ਦਰਵੇਸ਼ ਉਤਾਰੀ। ਕਹਿਣ ਲੱਗੇ ਜੀ ਆ ਜਿਹੜਾ ਚੋਲਾ ਪਾਇਆ ਇਹ ਲਾ ਕੇ ਦਿਓ ਸਾਨੂੰ। ਇਹ ਨਹੀਂ ਕੋਈ ਆ ਕੇ ਨਮਸਕਾਰ ਕਰਨੀ, ਸਨਿਮਰ ਭਾਵ ਨਾਲ ਵੀ ਫਕੀਰਾਂ ਨੂੰ ਕਿਵੇਂ ਮਿਲੀਦਾ ਹੈ, ਸਾਧੂਆਂ ਨੂੰ ਕਿਵੇਂ ਮੇਲ ਮਿਲਾਪ ਕਰਕੇ ਬੇਨਤੀ ਕਰੀਦੀ, ਕੱਖ ਨਹੀਂ ਸੀ ਪਤਾ ਇਹਨਾਂ ਨੂੰ। ਕਹਿਣ ਲੱਗੇ ਜੀ ਆ ਜਿਹੜਾ ਚੋਲਾ ਪਾਇਆ ਇਹ ਲਾ ਕੇ ਦਿਓ ਸਾਨੂੰ। ਪਾਤਸ਼ਾਹ ਮੰਗਵਾਵਤ ਪਾਸੋ। ਸਾਡਾ ਜਿਹੜਾ ਬਾਦਸ਼ਾਹ ਹੈ ਉਹ ਇਹ ਚੋਲਾ ਮੰਗਵਾ ਰਿਹਾ ਆਪਣੇ ਪਾਸ। ਹੁਕਮ ਨਾ ਮੋਰੋ ਦੇ ਦੁੱਖ ਰਾਸੋ। ਤੇ ਤੁਹਾਨੂੰ ਇੱਕ ਗੱਲ ਦੱਸ ਦਈਏ ਦਰਵੇਸ਼ ਜੀ, ਸਾਡੇ ਬਾਦਸ਼ਾਹ ਦਾ ਹੁਕਮ ਨਾ ਮੋੜਿਓ, ਕਿਉਂਕਿ ਸਾਡੇ ਬਾਦਸ਼ਾਹ ਦਾ ਜਿਹੜਾ ਕੋਈ ਹੁਕਮ ਮੋੜਦਾ ਉਹਨੂੰ ਫਿਰ ਦੁੱਖ ਭੋਗਣਾ ਪੈਂਦਾ, ਉਹਨੂੰ ਫਿਰ ਕਸ਼ਟ ਸਹਾਰਨੇ ਪੈਂਦੇ ਨੇ। ਸੁਣ ਕੇ ਸ਼੍ਰੀ ਗੁਰ ਬੈਨ ਉਚਾਰੇ। ਸੁਣ ਕੇ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ ਜੇ ਉਤਰੈ ਤੋ ਲਿਹੋ ਉਤਾਰੇ। ਪਾਤਸ਼ਾਹ ਕਹਿੰਦੇ ਅਸੀਂ ਤਾਂ ਪਾ ਲਿਆ, ਨਿਰੰਕਾਰ ਨੇ ਭੇਜਿਆ ਸੀ, ਏਦਾਂ ਕਰੋ ਵੀ ਤੁਸੀਂ ਲਾ ਲਓ ਜੇ ਤੁਹਾਡੇ ਕੋਲੋਂ ਲਾਇਆ ਜਾਂਦਾ। ਪਾਤਸ਼ਾਹ ਆਪਣੇ ਰੰਗ 'ਚ ਬੈਠੇ ਮੌਜ ਵਿੱਚ, ਕਹਿੰਦੇ ਸਾਨੂੰ ਨਿਰੰਕਾਰ ਨੇ ਭੇਜਿਆ, ਅਸੀਂ ਪਾ ਲਿਆ, ਸਾਡੇ ਕੋਲ ਉਤਰਿਆ, ਅਕਾਲ ਪੁਰਖ ਕੋਲੋਂ ਅਸੀਂ ਧਾਰਨ ਕਰ ਲਿਆ, ਤੁਸੀਂ ਲਾਣਾ ਚਾਹੁੰਦੇ ਹੋ ਲਾ ਲਓ ਬਈ। ਜੇ ਤੁਹਾਡੇ ਕੋਲ ਉਤਰਦਾ, ਇੱਥੇ ਵਿਖਾਉਣਾ ਸੀ ਵੀ ਜਿਹਦਾ ਪਰਦਾ ਪਰਮੇਸ਼ਰ ਕੱਜਣਾ ਚਾਹੇ ਤੇ ਦੁਨੀਆ ਆਖੇ ਵੀ ਲਾਉਣਾ ਹੈ, ਜ਼ੋਰ ਲਾ ਹਟੇ ਸਾਰੀ ਦੁਨੀਆ ਇੱਕ ਪਾਸੇ ਹੋ ਕੇ, ਉਹਦਾ ਪਰਦਾ ਨਹੀਂ ਲਾ ਸਕਦੇ ਜਿਹਨੂੰ ਪਰਮੇਸ਼ਰ ਨੇ ਕੱਜਿਆ ਹੋਵੇ। ਜਿਸ ਪਤ ਰੱਖੈ ਸੱਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਏ। ਸੁਣੋ ਜੀ ਇਹ ਬਚਨ ਕੈਸੇ ਗਉ ਨਾਲ। ਮਹਾਰਾਜ ਜੀ ਕਹਿੰਦੇ ਸਾਨੂੰ ਨਿਰੰਕਾਰ ਨੇ ਭੇਜਿਆ, ਅਸੀਂ ਪਾ ਲਿਆ, ਤੁਸੀਂ ਲਾਣ ਆਏ ਹੋ, ਜੇ ਤੁਹਾਡੇ ਕੋਲੋਂ ਲੱਥਦਾ ਤਾਂ ਲਾ ਲਓ, ਉਤਾਰ ਲਓ। ਮਿਲ ਕਰ ਸਭੇ ਉਤਾਰਨ ਆਏ। ਕਹਿੰਦੇ ਅੱਛਾ, ਬੜੇ ਗੁੱਸੇ ਜੇ ਵਿੱਚ ਆਏ।
ਆਏ ਇਕੱਠੇ ਜੇ ਹੋ ਕੇ 5-7 ਵਜ਼ੀਰ ਸੀ। ਆ ਕੇ ਮਹਾਰਾਜ ਜੀ ਦੇ ਗਲ ਚੋਂ ਚੋਲਾ ਲਾਉਣ ਲੱਗੇ। ਉਤਰਿਓ ਨਹੀਂ ਜੋਰ ਬੋਲਾਏ, ਜ਼ੋਰ ਲਾਉਂਦੇ ਰਹਿ ਗਏ, ਤਾਣ ਲਾਉਂਦੇ ਰਹਿ ਗਏ। ਉਹ ਚੋਲਾ ਸਤਿਗੁਰਾਂ ਦੇ ਤਨ ਤੋਂ ਲਾਹ ਨਾ ਸਕੇ। ਖਿੱਚਦੇ ਆ, ਧੂੰਦੇ ਆ ਵੀ ਸ਼ਾਇਦ ਪਾੜ ਦਿਆਂਗੇ, ਏਦਾਂ ਲਾਹ ਲਵਾਂਗੇ, ਪਰ ਪਾਤਸ਼ਾਹ ਦੇ ਤਨ ਤੋਂ ਪਾਇਆ ਹੋਇਆ ਉਹ ਚੋਲਾ ਟਸ ਤੋਂ ਬਸ ਨਹੀਂ ਹੁੰਦਾ। ਖੈਂਚਿਓ ਖਿਚੇ ਨਾ ਪਾਟਿਓ ਪਟ ਹੈ, ਖਿੱਚਿਆ ਖਿਚੀਂਦਾ ਨਹੀਂ, ਪਾਟਿਆਂ ਪਾੜਦਾ ਨਹੀਂ, ਇਹੋ ਜਿਹਾ ਚੋਲਾ ਹੈ। ਅਚਰਜ ਪਏ ਲੋਕ ਸਭ ਲਟ ਹੈ, ਜਿੰਨੇ ਉੱਥੇ ਲੋਕ ਖੜੇ ਅਚਰਜ ਹੋ ਗਏ, ਹੈਰਾਨ ਹੋ ਗਏ, ਦੰਗ ਹੋ ਗਏ ਵੀ ਇਹ ਕੀ ਹੋ ਰਿਹਾ ਹੈ ਤਾਂ ਕੱਪੜੇ ਦਾ ਹੀ ਹੈ ਨਾ ਚੋਲਾ, ਉਤਰਦਾ ਨਹੀਂ, ਖਿੱਚਦਿਆਂ ਖਿਚੀਂਦਾ ਨਹੀਂ, ਪਾੜਦਿਆਂ ਪਾੜਦਾ ਨਹੀਂ, ਇਹ ਕੀ ਚੀਜ਼ ਹੈ? ਸਮਝ ਨਹੀਂ ਪਈ ਆਉਂਦੀ। ਲੋਕ ਹੈਰਾਨ ਹੋ ਰਹੇ ਨੇ, ਅਚਰਜ ਹੋ ਰਹੇ ਨੇ। ਸ਼ਾਹ ਸੁਨੀ ਇਸ ਬਿਦ ਸੁਧ ਜਬਈ, ਜਦੋਂ ਬਾਦਸ਼ਾਹ ਦੇ ਕੋਲੇ ਗੱਲ ਪਹੁੰਚੀ, ਉਹਨੇ ਇਹ ਸੁਣਿਆ ਵੀ ਉਹ ਤਾਂ ਚੋਲਾ ਉਤਰਦਾ ਹੀ ਨਹੀਂ ਉਹਨਾਂ ਦੇ ਤਨ ਤੋਂ। ਕੀਓ ਕ੍ਰੋਧ ਬੋਲਿਓ ਬਚ ਤਬਈ, ਬਾਦਸ਼ਾਹ ਨੇ ਬੜਾ ਕ੍ਰੋਧ ਕੀਤਾ ਤੇ ਕ੍ਰੋਧ ਕਰਕੇ ਬੋਲਿਆ, ਯਾ ਮੈਂ ਸਭ ਹਿੰਦੂ ਕੇ ਲੱਛਣ, ਕਹਿੰਦਾ ਇਹ ਵੀ ਕੋਈ ਹਿੰਦੂ ਹੋਣਾ, ਮੈਨੂੰ ਇਹਦੇ ਲੱਛਣਾਂ ਤੋਂ ਪਤਾ ਲੱਗਦਾ, ਇਹਦੇ ਲੱਛਣਾਂ ਤੋਂ ਪਤਾ ਲੱਗਦਾ ਕੋਈ ਹਿੰਦੂ ਹੋਣਾ ਇਹ ਵੀ, ਕਿਉਂਕਿ ਉਹ ਤਾਂ ਹਿੰਦੂਆਂ ਦਾ ਵਿਰੋਧੀ ਬਾਦਸ਼ਾਹ ਸੀ। ਇਹ ਨਹੀਂ ਸੀ ਜਾਣਦਾ ਮੇਰੇ ਸਾਹਿਬ ਉਹ ਨੇ ਜਿਨ੍ਹਾਂ ਨੇ ਸਾਰੀ ਕਾਇਨਾਤ ਸਿਰਜੀ ਹੈ, ਸਾਰੇ ਮਜ਼ਹਬ, ਸਾਰੇ ਧਰਮ, ਸਾਰੇ ਮਤ ਜਿਨ੍ਹਾਂ ਦੇ ਬਣਾਏ ਪੈਦਾ ਕੀਤੇ ਨੇ, ਪਰ ਆਪਣਾ ਉਹਨਾਂ ਦਾ ਕੋਈ ਮਜ਼ਹਬ ਨਹੀਂ ਹੈ। ਅਮਜ਼ਹਬੇ ਸ਼ਬਦ ਮਹਾਰਾਜ ਜੀ ਅਕਾਲ ਪੁਰਖ ਜੀ ਵਾਸਤੇ ਵਰਤਦੇ ਹੈ ਕਿ ਇਹ ਅਕਾਲ ਪੁਰਖ ਤੂੰ ਅਮਜ਼ਹਬੇ ਹੈ, ਤੈਨੂੰ ਮੇਰੀ ਨਮਸਕਾਰ ਹੈ, ਜਿਸ ਦਾ ਕੋਈ ਮਜ਼ਹਬ ਨਹੀਂ। ਕਹਿਣ ਲੱਗਾ ਇਹ ਵੀ ਕੋਈ ਹਿੰਦੂ ਜਾਪਦਾ, ਜਿੰਨੀ ਕੋ ਦੀ ਮੱਤ ਸੀ ਉਹਨੇ ਉਦਾਂ ਹੀ ਗੱਲ ਕਰਨੀ ਸੀ ਨਾ ਬਾਦਸ਼ਾਹ ਨੇ। ਕਹਿੰਦਾ ਇਹਦੇ ਕਿ ਸਾਰੇ ਲੱਛਣ ਮੈਨੂੰ ਹਿੰਦੂਆਂ ਵਾਲੇ ਲੱਗਦੇ ਨੇ। ਡੋਬੋ ਅਬ ਕੇ ਜਾਏ ਵਿਚਛਨ, ਕਹਿੰਦਾ ਸਾਡੇ ਦੇਸ਼ ਵਿੱਚ ਆ ਗਿਆ, ਜਾਓ ਇਹਨੂੰ ਚੁੱਕੋ ਫੜ ਕੇ, ਆ ਲਾਗੇ ਦਰਿਆ ਵਗਦਾ ਉਹਦੇ ਵਿੱਚ ਇਹਨੂੰ ਡੋਬ ਦਿਓ ਤੇ ਡੋਬ ਕੇ ਰੋੜ ਕੇ ਮਾਰ ਦਿਓ। ਦੋਹਰਾ ਸੁਨ ਵਜ਼ੀਰ ਗੁਰ ਟਿਗ ਏਓ, ਅਤ ਸ਼ੇਰਿਸ ਕਰ ਸੋਏ। ਬਾਦਸ਼ਾਹ ਦੀ ਇਹ ਗੱਲ ਸੁਣ ਕੇ ਵਜ਼ੀਰ ਬੜੇ ਗੁੱਸੇ 'ਚ ਅੱਗ ਭੰਬੂਲੇ ਹੋਏ, ਸਤਿਗੁਰੂ ਜੀ ਦੇ ਪਾਸ ਆਏ। ਗਹਿ ਗੰਭੀਰ ਸਰਤਾ ਵਿਖੇ ਡਾਰ ਦੀਏ ਬੋਲੋਏ। ਬੜਾ ਡੂੰਘਾ ਦਰਿਆ ਵਗਦਾ ਸੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਇਹਨਾਂ ਨੇ ਚੁੱਕਿਆ। ਡੂੰਘਾ ਗਹਿਰ ਗੰਭੀਰ ਜਿਹੜਾ ਦਰਿਆ, ਜਿਹਦੇ ਵਿੱਚ ਹਾਥੀ ਪਿਆ ਰੁੜ ਜਾਏ, ਉਸ ਡੂੰਘੇ ਦਰਿਆ ਦੇ ਪਾਣੀ ਵਿੱਚ ਸਤਿਗੁਰੂ ਜੀ ਨੂੰ ਬਹੁਤੇ ਜਣਿਆਂ ਨੇ ਇਕੱਠਿਆਂ ਹੋ ਕੇ ਪਾ ਦਿੱਤਾ। ਜੋ ਪਈ ਸੋ ਖਿਲਕਾ ਭੀਜਤ ਨਹਿ ਪਇਓ। ਕਹਿੰਦੇ ਜਦੋਂ ਦਰਿਆ ਵਿੱਚ ਪਾਇਆ ਨਾ ਸਤਿਗੁਰਾਂ ਨੂੰ, ਚੋਲਾ ਐਸਾ ਵੀ ਪਾਣੀ ਨਾਲ ਭਿੱਜਦਾ ਹੀ ਨਹੀਂ। ਉਹ ਖਿਲਕਤ ਜਿਹੜੀ, ਉਹ ਖਿਲਕ ਮਹਾਰਾਜ ਜੀ ਲਈ ਉਹ ਐਸੀ ਹੈ ਖਿਲਤ, ਕਹਿੰਦੇ ਉਹ ਭਿੱਜਦੀ ਨਹੀਂ ਪਾਣੀ ਨਾਲ। ਕਨ ਕੋ ਨੀਰ ਨ ਤਾਂ ਕੋ ਛੋਇਓ, ਤਨਕ ਮਾਤਰ ਵੀ ਦਰਿਆ ਦਾ ਪਾਣੀ ਉਹਨੂੰ ਨਹੀਂ ਛੂਇਆ, ਸਪਰਸ਼ ਨਹੀਂ ਕੀਤਾ। ਨਿਕਸ ਨਦੀ ਤੇ ਗੁਨੀ ਗਈਰਾ, ਉਹ ਰੋੜ ਕੇ ਆਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ, ਪਾਣੀ ਦੇ ਉੱਤੇ ਤਰ ਤੁਰ ਕੇ ਨਦੀ ਤੋਂ ਪਾਤਸ਼ਾਹ ਜੀ ਦਰਿਆ ਚੋਂ ਬਾਹਰ ਆ ਗਏ। ਬੈਠੇ ਵੈਰ ਤਿਸੀ ਕੇ ਤੀਰਾ, ਉਸੇ ਦਰਿਆ ਦੇ ਕੰਢੇ ਤੇ ਆਣ ਕੇ ਸਤਿਗੁਰਾਂ ਚੌਂਕੜਾ ਲਾਇਆ ਤੇ ਬਹਿ ਗਏ। ਉਹ ਆਪਣੇ ਵੱਲੋਂ ਰੋੜ ਆਏ ਵੀ ਅਸੀਂ ਸੋਟਾਂ ਆ ਦਰਿਆ ਦੇ ਵਿੱਚ, ਪਰ ਪਾਤਸ਼ਾਹ ਕੁਝ ਸਮੇਂ ਬਾਅਦ ਉਸੇ ਦਰਿਆ ਦੇ ਕੰਢੇ ਤੇ ਆਣ ਕੇ ਬੈਠ ਗਏ। ਵਿਖੋ ਤਮਾਸ਼ੋ ਨਰ ਤੇ ਕਾਲਾ, ਲੋਕ ਆਏ ਵੇਖ ਕੇ ਹੈਰਾਨ ਹੋ ਕੇ ਵੇਖਦੇ ਕੀ ਤਮਾਸ਼ਾ ਹੈ, ਇਹ ਕੀ ਚੋਜ ਵਰਤ ਰਿਹਾ, ਸਮਝ ਕਿਸੇ ਨੂੰ ਪਵੇ ਨਾ ਕਿ ਹੋ ਕੀ ਰਿਹਾ। ਅਚਰਜ ਮਾਨਿਓ ਹਿਰਦੇ ਵਿਸਾਲਾ, ਸਭ ਅਚਰਜ ਹੋ ਰਹੇ ਨੇ, ਸਭ ਹੈਰਾਨ ਹੋ ਰਹੇ ਨੇ। ਪਾਤਸ਼ਾਹ ਕੋ ਖਬਰ ਸੁਨਾਈ, ਬਾਦਸ਼ਾਹ ਨੂੰ ਜਾ ਕੇ ਝਟ ਲੋਕਾਂ ਨੇ ਖਬਰ ਦਿੱਤੀ, ਬਾਦਸ਼ਾਹ ਸਲਾਮਤ ਸੁਣ, ਬੂਡਤ ਨੇ ਬੋ ਕੀਨੀ ਉਪਾਈ। ਅਸੀਂ ਡੋਬ ਕੇ ਆਏ, ਉਹ ਤਾਂ ਡੁੱਬਦੇ ਹੀ ਨਹੀਂ। ਅਸੀਂ ਤਾਂ ਦਰਿਆ 'ਚ ਉਹਨਾਂ ਨੂੰ ਡੋਬਿਆ ਰੋੜਿਆ, ਪਰ ਉਹ ਨਹੀਂ ਡੁੱਬਦੇ। ਸ਼ਾਹ ਕਹੇ ਪਾਵਕ ਮੈਂ ਜਾਰੋ, ਕਹਿੰਦਾ ਡੁੱਬਦੇ ਨਹੀਂ ਤਾਂ ਫਿਰ ਸਾੜ ਦਿਓ,
ਬਾਲਣ ਇਕੱਠਾ ਕਰਕੇ ਚਿਖਾ ਬਾਲੋ ਤੇ ਉਹਦੇ 'ਚ ਬਿਠਾ ਕੇ ਉਹਨਾਂ ਨੂੰ ਸਾੜ ਦਿਓ। ले काशट बो ऊपर डारो। ਕਹਿੰਦੇ ਲੱਕੜਾਂ ਲਿਆ ਕੇ ਸਾਰੀਆਂ ਉਹਨਾਂ ਦੇ ਆਲੇ ਦੁਆਲੇ ਉੱਤੇ ਪਾ ਕੇ सुन वजीर तब बौर सिधारा। ਅਗਨੀ ਲਾ ਕੇ ਜਲਾ ਦਿਓ। ਇਹ ਸੁਣ ਕੇ ਵਜ਼ੀਰ ਫਿਰ ਗਿਆ। काशट को बड लाए अंबारा। ਬਹੁਤ ਸਾਰੀਆਂ ਲੱਕੜਾਂ ਮਣਾ ਮੂੰਹ ਲਿਆਂਦੀਆਂ ਤੇ ਉਹਦਾ ਢੇਰ ਲਾ ਦਿੱਤਾ। दोहरा बीच बसाए सतगुरु चौदिश दीन लगाए। ਕਹਿੰਦੇ ਵਿੱਚ ਸਤਿਗੁਰਾਂ ਨੂੰ ਬਿਠਾ ਕੇ ਤੇ ਲੱਕੜਾਂ ਸਤਿਗੁਰਾਂ ਦੇ ਚਾਰੇ ਪਾਸੇ ਰੱਖ ਦਿੱਤੀਆਂ। आंच रोम को ने लगी अग्न गई सित लाए। ਅੱਗ ਲਾ ਦਿੱਤੀ ਪਰ ਗੁਰੂ ਖਾਲਸਾ ਜੀ ਰੱਤੀ ਜਿੰਨੀ ਵੀ ਅਗਨੀ ਦਾ ਸੇਕ ਸਤਿਗੁਰਾਂ ਦੇ ਤਨ ਨੂੰ ਸਪਰਸ਼ ਨਹੀਂ ਕਰ ਸਕਿਆ। ਉਹ ਜਿਤਨੀ ਅਗਨੀ ਸੀ ਉਹ ਲੱਕੜਾਂ ਸੜ ਕੇ ਸੁਆਹ ਹੋ ਰਹੀਆਂ ਨੇ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਤਨ ਨੂੰ ਰੱਤੀ ਭਰ ਵੀ ਆਂਚ ਨਹੀਂ ਲੱਗੀ। जो पई काशट पसम पई तिस थाई। ਜਿੰਨੀਆਂ ਲੱਕੜਾਂ ਸੀ ਸੜ ਕੇ ਉੱਥੇ ਸੁਆਹ ਹੋ ਗਈਆਂ। सतगुर बैठे बीच सुहाई। ਗਰੀਬ ਨਵਾਜ ਪਾਤਸ਼ਾਹ ਉਸ ਲੱਕੜਾਂ ਦੀ ਬਣੀ ਸੁਆਹ ਵਿੱਚ ਅਡੋਲ ਪਦਮਾਸਣ ਲਾ ਕੇ ਬੈਠੇ। ਇੱਕ ਗੱਲ ਚੇਤੇ ਰੱਖਿਓ, ਪੰਜਵੇਂ ਜਾਮੇ ਚੋਸੇ ਅਗਨੀ ਦੇ ਉੱਤੇ ਪਾਤਸ਼ਾਹ ਬੈਠਦੇ ਐ ਤੇ ਤਨ ਤੇ ਫਲੂਏ ਹੁੰਦੇ ਐ। ਪਹਿਲੇ ਜਾਮੇ ਚੋਸੇ ਅਗਨੀ ਵਿੱਚ ਬੈਠੇ ਆ ਤੇ ਰੰਚਕ ਭਰ ਵੀ ਸੇਕ ਨਹੀਂ ਵਿਆਪਦਾ। ਇੱਥੋਂ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਇਹ ਮੇਰੇ ਸਤਿਗੁਰਾਂ ਦੀ ਆਪਣੀ ਲੀਲਾ ਹੈ। ਪੰਜਵੇਂ ਜਾਮੇ 'ਚ ਤੱਤੀ ਤਵੀ ਤੇ ਬਹਿ ਕੇ ਆਪਣੇ ਗੁਰਸਿੱਖਾਂ ਨੂੰ ਭਾਣਾ ਮੰਨਣ ਤੇ ਰਜਾ ਮੰਨਣ ਦੀ ਦਾਤ ਸਿਖਾ ਰਹੇ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹ ਅੱਗ ਸਤਿਗੁਰਾਂ ਨੂੰ ਜਲਾ ਸਕਦੀ ਸੀ। ਅੱਗ ਦੇ ਵਿੱਚ ਤਾਣ ਨਹੀਂ ਕਿ ਮੇਰੇ ਸਾਹਿਬ ਦੇ ਤਨ ਨੂੰ ਰੰਚਕ ਭਰ ਵੀ ਜਲਾ ਸਕੇ। ਉਹ ਸਿਖਾ ਰਹੇ ਸਨ ਕਿ ਕਿਵੇਂ ਤੱਤੀਆਂ ਤਵੀਆਂ ਤੇ ਬਹਿ ਕੇ ਕਹਿਣਾ ਤੇਰਾ ਕੀਆ ਮਿੱਠਾ ਲੱਗਾ। ਇਹ ਭਾਣਾ ਮੰਨਣਾ ਵੀ ਸਿਖਾਉਣਾ ਸੀ ਸਿੱਖਾਂ ਨੂੰ। ਪਰ ਉਹ ਅਗਨੀ ਸਤਿਗੁਰਾਂ ਦੇ ਭੈ ਵਿੱਚ ਅਗਨ ਕੱਢਾ ਵੇਗਾਰ ਪਾਤਸ਼ਾਹ ਦੇ ਭੈ ਵਿੱਚ ਹੈ। ਤੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਤਨ ਨੂੰ ਅਗਨ ਨਹੀਂ ਵਿਆਪੀ। ਸਾਰੀਆਂ ਲੱਕੜਾਂ ਸੜ ਕੇ ਸੁਆਹ ਹੋ ਗਈਆਂ। ਗਰੀਬ ਨਵਾਜ ਪਾਤਸ਼ਾਹ ਪਦਮਾਸਣ ਲਾ ਕੇ ਵਿੱਚੇ ਬੈਠੇ ਹਨ। सुनी खबर कोपा पातशाहो। ਬਾਦਸ਼ਾਹ ਨੂੰ ਪਤਾ ਲੱਗਾ ਵੀ ਅੱਗ ਸਾੜ ਨਹੀਂ ਸਕੀ। एओ फकीर चेटकी आहो। ਕਹਿੰਦਾ ਇਹ ਤਾਂ ਕੋਈ ਚੇਟਕੀ ਫਕੀਰ ਆ ਗਿਆ ਸਾਡੇ ਕੋਲ। ਚੇਟਕੀ ਫਕੀਰ ਕਰਾਮਾਤੀ ਫਕੀਰ ਹੈ। मम हदूर कर मारो अबई। ਕਹਿੰਦਾ ਪਹਿਲਾਂ ਤੁਸੀਂ ਗਏ ਸੀ, ਹੁਣ ਮੇਰੀਆਂ ਅੱਖਾਂ ਦੇ ਸਾਹਮਣੇ ਮਾਰੋ ਇਹਨੂੰ। ਮੈਂ ਵੇਖਦਾ ਕਿਵੇਂ ਨਹੀਂ ਮਰਦਾ, ਮੈਂ ਵੇਖਦਾ ਕਿਵੇਂ ਨਹੀਂ ਮਰਦਾ। अस कै चल आयो टिग तबई। ਏਦਾਂ ਕਹਿ ਕੇ ਬਾਦਸ਼ਾਹ ਆਪ ਚੱਲ ਕੇ ਆਇਆ। ਸਾਹਿਬ ਵੀ ਆ ਇਹੀ ਚਾਹੁੰਦੇ ਸੀ ਵੀ ਆਵੇ ਆਪ ਆਵੇ ਚੱਲ ਕੇ ਤਾਂ ਇਹਨੂੰ ਮੱਤ ਦੇਈਏ, ਅਕਲ ਦੇਈਏ। ਪਾਤਸ਼ਾਹ ਤਾਂ ਉਡੀਕ ਰਹੇ ਸਨ ਇਸੇ ਖੇਡ ਨੂੰ। ਕਹਿੰਦਾ ਚਲੋ ਮੈਂ ਚੱਲਦਾ, ਆਪ ਚੱਲ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਮਰਵਾਵਾਂਗਾ। वो पाहन के तरे दबायो। ਆ ਗਿਆ। ਕਹਿੰਦਾ ਵੱਡੇ ਪੱਥਰ ਪਏ ਨੇ, ਇਹ ਪੱਥਰ ਚੁੱਕ ਕੇ ਇਹਨਾਂ ਦੇ ਉੱਤੇ ਰੱਖ ਦਿਓ, ਥੱਲੇ ਲਟਾ ਕੇ। ਪੱਥਰਾਂ ਦਾ ਭਾਰ ਪਾ ਕੇ ਇਹਨਾਂ ਦੇ ਉੱਤੇ ਰੱਖ ਕੇ ਪੱਥਰ ਥੱਲੇ ਫੇ ਕੇ ਮਾਰ ਦਿਓ। पार सैस मण ऊपर पायो। ਕਈ ਮਣ ਵਜਨ ਸੀ ਉਹਨਾਂ ਪੱਥਰਾਂ ਦਾ। ਵੱਡਾ ਪੱਥਰ ਸੀ ਇੱਕ। ਕਈ ਜਣਿਆਂ ਨੇ ਚੁੱਕ ਕੇ ਉਹ ਪੱਥਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਛਾਤੀ ਤੇ ਲਿਆ ਧਰਿਆ। इयों दबाए कर सदन सिधारे। ਉੱਤੇ ਹੋਰ ਕਈ ਪੱਥਰ ਰੱਖ ਕੇ ਨਾ ਇਹ ਘਰ ਨੂੰ ਚਲੇ ਗਏ। ਹੁਣ ਆਪੇ ਪੱਥਰਾਂ ਥੱਲੇ ਦੱਬ ਕੇ ਖਤਮ ਹੋ ਜਾਣਗੇ। ਇਹ ਬਿਰਤੀ ਨਾਲ ਘਰ ਚਲੇ ਗਏ। अब मर जाए हैं बचनी उचारे। ਕਹਿੰਦੇ ਬਸ ਹੁਣ ਨਹੀਂ ਬਚਦਾ। ਰਾਜਾ ਕਹਿੰਦਾ ਹੁਣ ਕਿਵੇਂ ਬਚ ਸਕਦਾ, ਬਸ ਹੁਣ ਤਾਂ ਇਸ ਪੱਥਰ ਥੱਲੇ ਇੰਨਾ ਵਜਨ ਹੈ, ਇਹਦੇ ਥੱਲੇ ਹੁਣ ਕਿਵੇਂ ਬਚਣਗੇ, ਫਿਸ ਜਾਏਗਾ ਸਰੀਰ ਇਹਨਾਂ ਦਾ। और पाई पुन तिसी सथाना। ਅਗਲਾ ਦਿਨ ਚੜਿਆ, ਰਾਤ ਦਾ ਸਮਾਂ ਸੀ ਜਦੋਂ ਏਦਾਂ ਇਹ ਕੰਮ ਕਰਕੇ ਗਏ, ਚਲੇ ਗਏ। ਅਗਲਾ ਦਿਨ ਜਦੋਂ ਚੜਿਆ, ਆਨ ਬਿਰਾਜੇ ਕਿਰਪਾ ਨਿਦਾਨਾ। ਕਿਰਪਾ ਨਿਧਾਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਫੇਰ ਆਪਣੀ ਜਗ੍ਹਾ ਦੇ ਉੱਤੇ ਆ ਕੇ ਚੌਂਕੜਾ ਸਜਾ ਕੇ ਬੈਠ ਗਏ।
ਉਸੇ ਥਾਂ ਤੇ ਨਰ ਬਿਲੋਕ ਹਿਰਦੇ ਬਿਸਮਾਏ। ਲੋਕ ਜਿਹੜੇ ਵੇਖਣ ਆਏ ਸਵੇਰੇ ਉਹ ਦੰਗ ਰਹਿ ਗਏ ਵੀ ਅਸੀਂ ਤਾਂ ਪੱਥਰ ਥੱਲੇ ਦਬ ਕੇ ਗਏ ਸਾਂ ਇਹਨਾਂ ਨੂੰ, ਵੀ ਇਹ ਤਾਂ ਫਿਰ ਬੈਠੇ ਨੇ ਅਡੋਲ, ਨੇਤਰਾਂ 'ਚ ਮਸਤੀ ਹੈ, ਚਿਹਰੇ ਤੇ ਕ੍ਰਾਂਤੀ ਹੈ, ਆਹ ਅੱਖਾਂ ਵਿੱਚ ਕਰੁਣਾ ਹੈ ਤੇ ਬੜੇ ਪਿਆਰ ਦੇ ਰੰਗ ਵਿੱਚ ਰੰਗੇ ਬੈਠੇ ਨੇ। ਵੇਖ ਕੇ ਲੋਕ ਦੰਗ ਹੋਏ, ਹੈਰਾਨ ਹੋਏ। ਇਹ ਫਕੀਰ ਗਤ ਜਾਣ ਨ ਜਾਏ। ਹੁਣ ਕੁਝ ਕੁ ਲੋਕ ਕਹਿਣ ਲੱਗ ਪਏ ਕੋਈ ਫਕੀਰ ਹੈ ਚੰਗਾ, ਇਹਦੀ ਗੱਤ ਜਾਣੀ ਨਹੀਂ ਜਾਂਦੀ, ਇਹਦੀ ਗੱਤ ਸਮਝ ਨਹੀਂ ਆਉਂਦੀ। ਪਾਤਸ਼ਾਹ ਕੇ ਜਾਏ ਅਗਾਰੀ। ਹੁਣ ਉਹ ਲੋਕ ਫਿਰ ਗਏ ਭੱਜ ਕੇ ਬਾਦਸ਼ਾਹ ਦੇ ਕੋਲ। ਸੁਧ ਮਾਨਵ ਨੇ ਤਬੇ ਉਚਾਰੀ। ਬਾਦਸ਼ਾਹ ਨੂੰ ਜਾ ਕੇ ਸੁਧ ਦਿੱਤੀ, ਖਬਰ ਦਿੱਤੀ। ਜੈ ਸਾਥੀ ਜੁਗ ਤੈ ਥਾਂ ਬੈਸਾ। ਕਹਿਣ ਲੱਗੇ ਬਾਦਸ਼ਾਹ, ਜਿਹਨੂੰ ਅਸੀਂ ਪੱਥਰਾਂ ਥੱਲੇ ਦੱਬ ਆਏ ਸਾਂ ਉਹ ਤਾਂ ਫਿਰ ਉੱਥੇ ਜਾ ਕੇ ਬੈਠਾ ਜਿੱਥੇ ਉਹਦੇ ਦੋ ਸਾਥੀ ਭਾਈ ਬਾਲਾ ਤੇ ਮਰਦਾਨਾ ਨੇ। ਅਸੀਂ ਹੋਰ ਪਾਸੇ ਦੱਬ ਕੇ ਆਏ ਸੀ ਪੱਥਰਾਂ ਥੱਲੇ ਉਹਨੂੰ, ਪਰ ਉੱਥੋਂ ਨਿਕਲ ਕੇ ਖਬਰੇ ਕਿਹੜੇ ਪ੍ਰਕਾਰ ਨਾਲ ਉਹ ਉਸੇ ਜਗ੍ਹਾ ਤੇ ਆਣ ਬੈਠਾ ਜਿੱਥੇ ਉਹਦੇ ਦੋ ਸਾਥੀ ਨੇ। ਚਕਰਿਤ ਪਇਓ ਬੈਨ ਸੁਨੇ ਐਸਾ। ਬਾਦਸ਼ਾਹ ਸੁਣ ਕੇ ਚਕਰਿਤ ਹੋ ਗਿਆ, ਕਿਉਂਕਿ ਹੁਣ ਤਾਂ ਅੱਖਾਂ ਦੇ ਸਾਹਮਣੇ ਕਰਕੇ ਆਇਆ ਸੀ ਸਭ ਕੁਝ। ਇੱਕਦਮ ਚਕਰਿਤ ਹੋਇਆ, ਹੈਰਾਨ ਹੋਇਆ। ਯਾ ਖੁਦਾਏ ਕਿਆ ਪਇਓ ਸਿਰਾਰਾ। ਕਹਿੰਦਾ ਯਾ ਖੁਦਾਏ ਕੀ ਜਾਦੂ ਹੋ ਰਿਹਾ। ਸਿਰਾਰਾ ਕਹਿੰਦੇ ਨੇ ਜਾਦੂ ਨੂੰ। ਕਹਿੰਦਾ ਕੀ ਜਾਦੂ ਹੋਈ ਜਾਂਦਾ ਖੁਦਾਏ, ਹੋ ਕੀ ਰਿਹਾ ਸਮਝ ਨਹੀਂ ਪਈ ਆਉਂਦੀ। ਖਾਲਸਾ ਜੀ, ਬਾਬੇ ਕੀ ਗਤ ਬਾਬਾ ਜਾਣਾ, ਕਹਿ ਜਾਣਾ ਜੋ ਨਾਲ ਫਿਰਾਣਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਬੇ ਕੀ ਗਤ ਬਾਬਾ ਜਾਣਾ, ਕਹਿ ਜਾਣਾ ਜੋ ਨਾਲ ਫਿਰਾਣਾ। ਕਹਿੰਦੇ ਗੁਰੂ ਬਾਬੇ ਦੀ ਗੱਤ ਜਾਂ ਤਾਂ ਜਾਣੇ ਗੁਰੂ ਬਾਬਾ ਹੀ, ਤੇ ਜਾਂ ਫਿਰ ਉਹ ਜਾਣਨ ਜਿਹੜੇ ਨਾਲ ਰਹਿੰਦੇ ਐ, ਨਾਲ ਫਿਰਦੇ ਭਾਈ ਬਾਲਾ ਜੀ ਵਰਗੇ, ਭਾਈ ਮਰਦਾਨਾ ਜੀ ਵਰਗੇ ਗੁਰਮੁਖ, ਬਾਬਾ ਬੁੱਢਾ ਸਾਹਿਬ ਜੀ ਵਰਗੇ। ਇਹਨਾਂ ਨੂੰ ਹੁਣ ਕਿਆ ਪਤਾ ਸੀ। ਕਹਿੰਦਾ ਯਾ ਖੁਦਾ ਇਹ ਕੀ ਸਰਾਰ ਹੈ, ਇਹ ਕੀ ਜਾਦੂ ਹੈ। ਮੰਤਰਨ ਮਿਲ ਕਰ ਕੀਨੀ ਉਚਾਰਾ। ਮੰਤਰੀ ਜਿੰਨੇ ਸੀ ਰਾਜੇ ਦੇ ਆ ਗਏ ਇਕੱਠੇ ਹੋ ਕੇ ਕਹਿਣ ਲੱਗੇ, ਇਹ ਬੈਠੇ ਤੈ ਟਿਗ ਦਨਾਏ। ਜਿਹੜੇ ਚੰਗੇ ਚੰਗੇ ਦਾਨੇ ਵਜ਼ੀਰ ਸਨ ਉਹ ਆਏ। ਕਹਿਣ ਲਗੇ ਇਹ ਰੂਪ ਖੁਦਾਏ। ਜਿਹੜੇ ਦਾਨੇ ਵਜ਼ੀਰ ਸੀ ਉਹ ਕਹਿੰਦੇ ਬਾਦਸ਼ਾਹ ਸਲਾਮਤ, ਜਿਨ੍ਹਾਂ ਨੂੰ ਤੂੰ ਕੁਝ ਹੋਰ ਸਮਝੀ ਬੈਠਾ, ਸਾਨੂੰ ਇਉਂ ਪ੍ਰਤੀਤ ਹੁੰਦਾ ਕਿਤੇ ਖੁਦਾ ਤਾਂ ਨਹੀਂ ਜਿਹੜਾ ਨਰ ਤਨ ਧਾਰਨ ਕਰਕੇ ਆਇਆ ਹੋਵੇ। ਕੁਝ ਦਾਨੇ ਵਜ਼ੀਰ, ਪਹਿਲਾਂ ਜਿਹੜੇ ਹੋਛੇ ਵਜ਼ੀਰ ਸੀ ਉਹ ਤਾਂ ਕੰਮ ਕਰ ਹਟੇ ਆਪਣੇ, ਕੋਈ ਅੱਗ ਲਾਣ ਗਿਆ, ਕੋਈ ਪਾਣੀ ਕਿ ਸੁੱਟਣ ਗਿਆ, ਕੋਈ ਪੱਥਰਾਂ ਥੱਲੇ ਦੱਬਣ ਗਿਆ। ਜਿਹੜੇ ਦਾਨੇ ਸੀ ਉਹ ਪਿੱਛੇ ਵੇਖੀ ਜਾਂਦੇ ਸੀ ਵੀ ਕਰ ਲੈਣ ਕੀ ਕਰਦੇ ਐ। ਉਹ ਹੁਣ ਬੋਲੇ, ਕਹਿਣ ਲੱਗੇ ਬਾਦਸ਼ਾਹ ਕਿਤੇ ਐਸਾ ਤਾਂ ਨਹੀਂ ਕਿ ਖੁਦਾ ਹੀ ਨਰ ਤਨ ਧਾਰਨ ਕਰਕੇ ਆਇਆ ਹੋਵੇ। ਔਰਨ ਮੈਂ ਅਜ਼ਮਤ ਨੇ ਏਤੀ। ਕਿਉਂਕਿ ਜਿੱਡੀ ਅਜ਼ਮਤ ਉਹਨਾਂ ਨੇ ਵਿਖਾਈ ਹੈ, ਇਤਨੀ ਅਜ਼ਮਤ ਕਿਸੇ ਹੋਰ ਸਧਾਰਨ ਵਿਅਕਤੀ 'ਚ ਨਹੀਂ ਹੋ ਸਕਦੀ। ਤੈਂ ਪਦ ਪੂਜੋ ਸ਼ਰਦਾ ਸੇਤੀ। ਬਾਦਸ਼ਾਹ ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਜੇ ਵਿਗੜਿਆ। ਜਾ ਛੇਤੀ ਉਹਨਾਂ ਦੇ ਚਰਨਾਂ ਦੀ ਜਾ ਕੇ ਪੂਜਾ ਕਰਕੇ ਉਹਨਾਂ ਨੂੰ ਮਨਾ ਲੈ, ਉਹਨਾਂ ਦੇ ਚਰਨ ਸੇਵ ਲੈ, ਉਹਨਾਂ ਦੀ ਪੂਜਾ ਕਰਕੇ ਉਹਨਾਂ ਨੂੰ ਮਨਾ ਲੈ। ਕਰ ਉਪਾਏ ਤੁਮ ਸਭ ਪਚਹਾਰੇ। ਤੂੰ ਆਪਣੇ ਜ਼ੋਰ ਲਾ ਹਟਿਆ, ਤੂੰ ਆਪਣੇ ਉਪਾਅ ਕਰਕੇ ਹਾਰ ਗਿਆ। ਮਾਰਿਓ ਮਰਤ ਨਾ ਕਿਸੀ ਪ੍ਰਕਾਰੇ। ਮਾਰਿਆ ਮਰਦੇ ਨਹੀਂ ਉਹ ਕਿਸੇ ਵੀ ਪ੍ਰਕਾਰ ਨਾਲ। ਹੋਏ ਅਧੀਨ ਗਹੋ ਪਦ ਜਾਈ। ਜਾਂ ਉਹਨਾਂ ਦੇ ਅਧੀਨ ਹੋ ਕੇ ਉਹਨਾਂ ਦੇ ਚਰਨ ਫੜ ਲੈ। ਜੇ ਚਾਹੁੰਦਾ ਤੇਰੀ ਕਲਿਆਣ ਹੋ ਜਾਏ, ਉਹ ਤੇਰੇ ਭਲੇ ਵਾਸਤੇ ਆਏ ਐ। ਜਿਹੜੇ ਏਡੀ ਵੱਡੀ ਕਲਾ ਦੇ ਮਾਲਕ ਨੇ, ਉਹ ਚਾਹੁੰਦੇ ਪਹਿਲੇ ਸਮੇਂ ਜਦੋਂ ਤੂੰ ਉਹਨਾਂ ਨੂੰ ਪਾਣੀ 'ਚ ਡੋਬਣ ਦਾ ਯਤਨ ਕੀਤਾ, ਇੱਕ ਬਚਨ ਕਰਕੇ ਤੈਨੂੰ ਗਰਕ ਕਰ ਸਕਦੇ ਸੀ। ਉਹਨਾਂ ਨੇ ਦੁਬਾਰਾ ਜਦੋਂ ਅਗਨੀ 'ਚ ਸਾੜਿਆ ਫਿਰ ਵੀ ਦਇਆ ਕੀਤੀ ਹੈ। ਤੂੰ ਪੱਥਰਾਂ ਥੱਲੇ ਦੱਬ ਆਇਆ ਉਹਨਾਂ ਨੂੰ, ਉਹ ਫਿਰ ਵੀ ਤੇਰੇ ਤੇ ਤਰਸ ਪਏ ਕਰਦੇ ਐ। ਉਹ ਜ਼ਰੂਰ ਤੈਨੂੰ ਤਾਰਨ ਆਏ ਨੇ ਬਾਦਸ਼ਾਹ। ਜਾ ਉਹਨਾਂ ਦੇ ਚਰਨ ਪਕੜ ਲੈ ਜਾ ਕੇ। ਖਤਾ ਲਿਓ ਆਪਣੀ ਬਖਸ਼ਾਈ। ਉਹ ਬੜੇ ਦਿਆਲੂ
ਕਿਰਪਾਲੂ ਜਾਪਦੇ ਨੇ ਇਤਨੇ ਦਿਆਲੂ, ਇਤਨੇ ਕਿਰਪਾਲੂ ਵੀ ਤੂੰ ਇੰਨੀਆਂ ਵਧੀਕੀਆਂ ਕੀਤੀਆਂ ਤੇ ਉਹ ਫਿਰ ਵੀ ਬਖਸ਼ੀ ਜਾਂਦੇ ਐ। ਜਾ ਤੂੰ ਖਤਾ ਬੰਦ ਹੈ ਉਹਨਾਂ ਦਾ, ਜਾ ਕੇ ਉਹਨਾਂ ਦੇ ਚਰਨਾਂ ਚੋਂ ਆਪਣੀ ਖਤਾ ਬਖਸ਼ਾ ਲੈ। ਅਜ਼ਮਤ ਦੇਖ ਬਚਨ ਕੋ ਸੁਣ ਕੇ, ਜਦੋਂ ਆਪਣੇ ਵਜ਼ੀਰਾਂ ਦੀ ਗੱਲ ਸੁਣੀ ਫਿਰ ਗੁਰੂ ਦੀ ਕਲਾ ਵੀ ਵੇਖ ਲਈ ਸੀ। ਕੰਪਿਓ ਪਾਤਸ਼ਾਹ ਪੈ ਮਨ ਕੇ, ਕੰਬ ਗਿਆ ਇੱਕਦਮ ਬਾਦਸ਼ਾਹ ਦਾ ਹਿਰਦਾ, ਡਰ ਗਿਆ, ਭੈ ਭੀਤ ਹੋ ਗਿਆ। ਬਹੁਤੇ ਅਵਗਿਆ ਕੀਨੀ ਮੋਈ, ਸੋਚਦਾ ਮੈਂ ਬੜੀ ਅਵਗਿਆ ਕੀਤੀ ਉਹਨਾਂ ਦੀ, ਮੈਂ ਬੜਾ ਅਨਾਦਰ ਕੀਤਾ ਉਹਨਾਂ ਦਾ। ਸਰਬ ਵਿਲਾਇਤ ਗਰਕ ਨ ਹੋਈ, ਸ਼ੁਕਰ ਹੈ ਉਹ ਤਾਂ ਐਡੇ ਦਿਆਲੂ ਨੇ ਕਿ ਮੇਰੀ ਉਹਨਾਂ ਨੇ ਸਾਰੀ ਵਿਲਾਇਤ, ਮੇਰਾ ਇਹ ਸਾਰਾ ਦੇਸ਼ ਉਹਨਾਂ ਨੇ ਗਰਕ ਕਰਕੇ ਨਹੀਂ ਰੱਖ ਦਿੱਤਾ। ਜੋ ਮੈਂ ਕੀਤਾ ਉਹ ਚਾਹੁੰਦੇ ਤੇ ਮੇਰਾ ਸਾਰਾ ਦੇਸ਼ ਗਰਕ ਕਰਕੇ ਰੱਖ ਸਕਦੇ ਸਨ। ਅਨ ਕੇ ਉਪਾਇਨ ਕਰ ਮੈਂ ਧਾਰੀ, ਇਹਨੇ ਕਈ ਭਟਾਵਾਂ ਲਈਆਂ, ਅਨੇਕ ਪ੍ਰਕਾਰ ਦੇ ਪਦਾਰਥ ਲਏ, ਲੈ ਕਰ ਗਮਨਿਓ ਗੁਰੂ ਅਗਾਰੀ। ਲੈ ਕੇ ਭਟਾਵਾ ਮਨ ਨੂੰ ਸ਼ੁੱਧ ਕਰਕੇ ਰਾਜਾ, ਹਬਸ਼ ਵਲਾਇਤ ਦੇਸ਼ ਦਾ ਰਾਜਾ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵੱਲ ਆ ਰਿਹਾ ਹੈ। ਮੇਚਕ ਰੰਗ ਮਹਾ ਜਿਸ ਕੇਰੋ, ਇਹ ਮੇਚਕ ਰੰਗ ਦਾ ਕਾਲਾ ਸ਼ਾਹ ਰੰਗ ਹੈ ਇਹਦਾ। ਪੈ ਕਰਕੇ ਮਨ ਦੀਨ ਕਨੇਰੋ, ਮਨ ਚ ਇਹਦੇ ਭੈ ਹੈ, ਮਨ ਚ ਇਹਦੇ ਡਰ ਹੈ ਤੇ ਦੀਨ ਤੇ ਦੁਖੀ ਵੀ ਹੈ। ਆਏ ਚਰਨ ਪੰਕਜ ਲਪਟਾਇਓ, ਆਇਆ ਗੁਰਦੇਵ ਦੇ ਪਵਿੱਤਰ ਚਰਨਾਂ ਦੇ ਵਿੱਚ ਆ ਕੇ ਮਹਾਰਾਜ ਜੀ ਨੂੰ ਭਟਾਵਾ ਅਰਪਣ ਕੀਤੀਆਂ ਤੇ ਚਰਨਾਂ ਨਾਲ ਲਪਟ ਗਿਆ। ਪਾਤਸ਼ਾਹ ਦੇ ਚਰਨ ਘੁੱਟ ਕੇ ਰਾਜੇ ਨੇ ਪਕੜ ਲਏ। ਹੱਥ ਬੰਦ ਕੇ ਬਚਨੀ ਅਲਾਇਓ, ਹੱਥ ਬੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬੋਲਿਆ, ਕਹਿਣ ਲੱਗਾ, ਮੈਂ ਬੋਤੀ ਕੀ ਨੀ ਤਕਸੀਰੰਗ। ਏ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ, ਮੈਂ ਬਹੁਤਾ ਤਰਕ ਕੀਤਾ ਆਪ ਜੀ ਦੇ ਉੱਤੇ, ਮੈਂ ਬੜੀ ਵੱਡੀ ਭੁੱਲ ਕੀਤੀ ਆਪ ਜੀ ਦੇ ਸਨਮੁਖ। ਬਖਸ਼ੋ ਅਬ ਤੁਮ ਗੁਨੀ ਗਹੀਰ, ਇਹ ਗੁਣਾ ਦੇ ਗਹੀਰ ਮਾਲਕ ਸੁਆਮੀ ਸੱਚੇ ਪਾਤਸ਼ਾਹ, ਕਿਰਪਾ ਕਰੋ, ਮੈਂ ਬੜੀਆਂ ਵੱਡੀਆਂ ਭੁੱਲਾਂ ਗੁਨਾਹ ਤੁਹਾਡੇ ਸਨਮੁਖ ਕੀਤੀਆਂ ਹਨ। ਆਪ ਜੀ ਦਇਆ ਕਰਕੇ ਮੇਰੀਆਂ ਭੁੱਲਾਂ ਨਾ ਚਿਤਾਰੋ, ਬਖਸ਼ ਲਵੋ। ਪੀਰਨ ਪੀਰ ਕੇ ਆਪ ਖੁਦਾਏ, ਮਹਾਰਾਜ ਤੁਸੀਂ ਪੀਰਾਂ ਦੇ ਪੀਰ ਹੋ ਜਾਂ ਫਿਰ ਆਪ ਖੁਦਾ ਹੋ, ਮੈਂ ਨਹੀਂ ਜਾਣਦਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਿ ਤੁਸੀਂ ਪੀਰ ਹੋ ਜਾਂ ਫਿਰ ਆਪ ਹੀ ਖੁਦਾ ਹੋ। ਉਹ ਪਰ ਛਿੰਨ ਨ ਪਰੋਂ ਲਖਾਏ, ਮਹਾਰਾਜ ਸੱਚੇ ਪਾਤਸ਼ਾਹ ਮੈਂ ਪਰਛਿੰਨ ਸਾਂ ਤੁਹਾਡੀ ਰਾਵਰ ਕੀ ਰਜਾਏ ਉਰ ਧਰੋਂ। ਮਹਾਰਾਜ ਤੁਹਾਡੀ ਰਜਾ, ਤੁਹਾਡੀ ਆਗਿਆ ਮੈਂ ਆਪਣੇ ਸਿਰ ਮੱਥੇ ਧਾਰਨ ਕਰਾਂਗਾ। ਜੋ ਹੁਕਮ ਕਹੋਗੇ ਉਸ ਹੁਕਮ ਦੀ ਪਾਲਣਾ ਕਰਾਂਗਾ। ਬੌਰ ਅਵਗਿਆ ਫੇਰ ਨ ਕਰੂੰ, ਹੇ ਸਾਹਿਬ ਮੁੜ ਕੇ ਕਦੇ ਅਵਗਿਆ ਨਹੀਂ ਕਰਾਂਗਾ, ਮੁੜ ਕੇ ਕਦੇ ਭੁੱਲ ਨਹੀਂ ਕਰਾਂਗਾ। ਗਰੀਬ ਨਵਾਜ ਪਾ ਅਨਜਾਨ ਪਨੇ ਮੈਂ ਦੋਸ਼ਾ, ਮਹਾਰਾਜ ਅਣਜਾਣ ਪੁਣੇ ਚ ਮੇਰੇ ਕੋਲੋਂ ਦੋਸ਼ ਹੋਇਆ, ਮੈਂ ਭੁੱਲਣ ਅੰਦਰ ਹਾਂ। ਗਰੀਬ ਨਵਾਜ ਭੁੱਲ ਅਣਜਾਣ ਪੁਣੇ ਚ ਕੀਤੀ, ਤੁਹਾਡੀ ਮਹਿਮਾ ਨੂੰ ਮੈਂ ਨਹੀਂ ਸੀ ਜਾਣਦਾ। ਕਰੋ ਮੇਰ ਪਰ ਹਰ ਔਰ ਰੋਸਾ, ਮਹਾਰਾਜ ਮੇਰੇ ਤੇ ਮਿਹਰ ਕਰੋ ਤੇ ਆਪਣਾ ਰੋਸ ਨਿਵਾਰ ਦਿਓ। ਮਹਾਰਾਜ ਤਰਸ ਕਰੋ ਗਰੀਬ ਨਵਾਜ ਤੇ ਆਪਣਾ ਰੋਸ ਨਿਵਾਰ ਦਿਓ। ਦੀਨ ਦੇਖ ਕਰ ਦੀਨ ਦਿਆਲਾ, ਬਖਸ਼ੋ 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 ਗਰੀਬ ਨਵਾਜ ਬਖਸ਼ ਲੋ। ਜਦੋਂ ਏਦਾਂ ਦੀਨ ਹੋ ਕੇ ਕਗਿਆ ਕੇ ਗੁਰੂ ਚਰਨਾਂ ਵਿੱਚ ਬਾਦਸ਼ਾਹ ਨੇ ਬੇਨਤੀ ਕੀਤੀ, ਵੇਖ ਕੇ ਦਇਆ ਦੇ ਸੁਆਮੀ, ਪਰਮ ਦਿਆਲੂ ਕਿਰਪਾਲੂ, ਦੀਨ ਦੁਨੀਆ ਦੇ ਮਾਲਕ, ਕਰੋੜਾਂ ਬ੍ਰਹਮੰਡਾਂ ਦੇ ਠਾਕੁਰ, ਜਗਤ ਗੁਰੂ ਜਾਹਰ ਪੀਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ, ਕਯੋ ਕਰਨ ਉਪਕਾਰ ਵਿਸਾਲਾ। ਪਾਤਸ਼ਾਹ ਜੀ ਇਹਦੇ ਤੇ ਉਪਕਾਰ ਕਰਨ ਵਾਸਤੇ, ਇਹਦਾ ਭਲਾ ਕਰਨ ਵਾਸਤੇ, ਇਹਨੂੰ ਇਸ ਭਾਵ ਸਾਗਰ ਤੋਂ ਤਾਰਨੇ ਵਾਸਤੇ ਬੋਲੇ। ਦੋਹਰਾ ਨਰ ਮਾਰਨ ਜੇ ਪਰ ਹਰੇ ਤੋ ਤੂੰ ਬਖਸ਼ਿਆ ਜਾਏ। ਪਾਤਸ਼ਾਹ ਕਹਿੰਦੇ ਆ ਰਾਜਾ ਸੁਣ, ਇੱਕ ਸ਼ਰਤ ਤੇ ਬਖਸ਼ਿਆ ਜਾਏਗਾ। ਇਹਨੇ ਆਖਿਆ ਨਾ ਬਖਸ਼ ਲੋ, ਮਹਾਰਾਜ ਕਹਿੰਦੇ ਇੱਕ ਸ਼ਰਤ ਤੇ ਬਖਸ਼ਿਆ ਜਾਏਗਾ, ਔਰ ਉਹ ਇਹ ਹੈ
ਕਿ ਆ ਜਿਹੜੇ ਤੂੰ ਆਏ ਹੋਏ ਬੰਦਿਆਂ ਨੂੰ ਮਾਰਦਾ ਆਪਣੇ ਦੇਸ਼ ਵਿੱਚ, ਇਹ ਬੰਦੇ ਮਾਰਨੇ ਛੱਡ ਦੇ। ਰੱਬ ਦੇ ਜੀ ਹੈ, ਸਭ 'ਚ ਪਰਮੇਸ਼ਰ ਵਸਦਾ ਹੈ, ਤੂੰ ਉਹਨਾਂ ਨੂੰ ਫੜ ਕੇ ਕਤਲ ਕਰ ਦਿੰਦਾ, ਮਾਰ ਦਿੰਦਾ, ਇਹ ਸਮਝ ਕੇ ਵੀ ਇਹ ਹਿੰਦੂ ਨੇ। ਮਹਾਰਾਜ ਜੀ ਕਹਿੰਦੇ ਤਾਂ ਬਖਸ਼ਿਆ ਜਾਏਗਾ ਜੇ ਤੂੰ ਬੰਦੇ ਮਾਰਨੇ ਛੱਡ ਦੇਵੇਂ। ਨੇ ਤਿਆਗੇ ਦੁੱਖ ਪਾਏ ਹੈ ਦੋਜ਼ਕ ਮਿਲੇ ਸਜਾਏ। ਤੇ ਜੇ ਤੂੰ ਬੰਦੇ ਮਾਰਨੇ ਨਾ ਛੱਡੇ ਤਾਂ ਪਾਤਸ਼ਾਹ ਕਹਿੰਦੇ ਫਿਰ ਇੱਥੇ ਤਾਂ ਦੁੱਖ ਭੋਗੇਗਾ, ਅੱਗੇ ਦੋਜ਼ਕਾਂ ਦੀ ਅਗਨੀ ਵਿੱਚ ਵੀ ਜੁਗਾਂ ਤੱਕ ਸੜਦਾ ਰਹੇਗਾ। ਕਿ ਤੂੰ ਇਹ ਮਨ 'ਚ ਹੀਣ ਭਾਵ ਧਾਰਨ ਕਰਕੇ ਵੀ ਇਹ ਹਿੰਦੂ ਨੇ ਮੇਰੇ ਦੇਸ਼ 'ਚ ਕੀ ਕਰਦੇ ਆ, ਇਹਨਾਂ ਨੂੰ ਮਾਰਦੇ ਆ, ਇਹਨਾਂ ਨੂੰ ਕਤਲ ਕਰਦੇ ਆ, ਤੇ ਕਤਲ ਕਰ ਦਿੰਦਾ, ਮਾਰ ਦਿੰਦਾ। ਪਾਤਸ਼ਾਹ ਕਹਿੰਦੇ ਮਾੜੇ ਕਰਮ ਕਰਕੇ ਤੂੰ ਦੋਜ਼ਕਾਂ ਤੇ ਨਰਕਾਂ ਦੀ ਅੱਗ ਵਿੱਚ ਜੁਗਾਂ ਤੱਕ ਸੜੇਗਾ। ਜੇ ਤੂੰ ਚਾਹੁੰਦਾ ਤੂੰ ਬਖਸ਼ਿਆ ਜਾਵੇਂ ਤਾਂ ਫਿਰ ਰੱਬ ਦੇ ਬਣਾਏ ਨਾ ਬੰਦਿਆਂ ਨੂੰ ਮਾਰਨਾ ਬੰਦ ਕਰ। ਜੋ ਪਈ ਲਾਜ ਬਰਦ ਸੁਨ ਬੈਨੀ ਅਲਾਇਓ। ਇਸ ਰਾਜੇ ਦਾ ਨਾਮ ਸੀ ਰਾਜਾ ਲਾਜਵਰਦ। ਸਾਹਿਬਾਂ ਦੇ ਬਚਨ ਸੁਣੇ, ਸੁਣ ਕੇ ਬੋਲਿਆ ਜਬ ਕੋ ਤੁਮਰੇ ਪਗ ਲਪਟਾਇਓ। ਪਾਤਸ਼ਾਹ ਨੂੰ ਚਰਨ ਫੜ ਕੇ ਨਾ ਰਾਜਾ ਲਾਜਵਰਦ, ਵੇਖੋ ਸਤਿਗੁਰੂ ਮੱਤ ਦਿੰਦੇ ਆ, ਸਮੇਂ ਦੀਆਂ ਕਰਵਟਾਂ ਨੇ ਗੁਰੂ ਖਾਲਸਾ ਜੀ। ਇੱਥੇ ਕਿਤਨੇ ਰਾਜੇ ਆਏ, ਕਿਤਨੇ ਗਏ, ਕਿਤਨੇ ਕਿਤਨੇ ਭੂਮੀਪਤੀ। ਸਮੇਂ ਦੇ ਰਾਜਾ ਔਰੰਗਜ਼ੇਬ ਵਰਗੇ ਬਾਦਸ਼ਾਹ ਕਹਿੰਦੇ ਸੀ ਅਸੀਂ ਸਾਰੇ ਮੁਸਲਮਾਨ ਬਣਾ ਦੇਣੇ ਆ। ਸਮੇਂ ਦੀਆਂ ਕਰਵਟਾਂ ਬਦਲਦੀਆਂ, ਬਦਲ ਕੇ ਕਦੇ ਦੂਸਰੇ ਰਾਜੇ ਉਹਨਾਂ ਦੇ ਓਪੋਜ਼ਿਟ ਧਰਮ ਦੇ ਆ ਜਾਣ, ਉਹ ਆਖਣ ਜੀ ਅਸੀਂ ਆਪਣੇ ਬਣਾ ਲੈਣੇ ਆ ਸਾਰੇ, ਬਾਕੀ ਮਾਰ ਦੇਣੇ ਆ ਸਾਰੇ ਦੂਜੇ ਧਰਮਾਂ ਦੇ। ਇਹ ਸਮਾਂ ਬੜਾ ਬਲਵਾਨ ਹੈ, ਕਿਆ ਜਾਣੀਏ ਕਦੇ ਕਿਸ ਦੇ ਹੱਥ 'ਚ ਆ ਜਾਏ। ਗੁਰੂ ਬਾਬਾ ਜੀ ਮੱਤ ਦਿੰਦੇ ਆ, ਮੱਤ ਜੇ ਬਾਬਰ ਦੀ ਜਗ੍ਹਾ ਤੇ ਜਾਂ ਔਰੰਗਜ਼ੇਬ ਦੀ ਜਗ੍ਹਾ ਤੇ ਉਸ ਵੇਲੇ ਕੋਈ ਹਿੰਦੂ ਰਾਜਾ ਹੁੰਦਾ ਤਾਂ ਮੇਰੇ ਪਾਤਸ਼ਾਹ ਉਹਨੂੰ ਵੀ ਓਨੀ ਅਕਲ ਦਿੰਦੇ ਜਿੰਨੀ ਉਹਨਾਂ ਨੂੰ ਦੇ ਰਹੇ ਨੇ। ਪੱਖਵਾਦ ਨਹੀਂ ਹੈ, ਸਮਾਂ ਬਲਵਾਨ ਹੈ। ਪਰਮੇਸ਼ਰ ਦੇ ਬਣਾਏ ਜੀ ਨੇ, ਸਭ 'ਚ ਪਰਮੇਸ਼ਰ ਦੀ ਜੋਤ ਵਸਦੀ ਹੈ। ਸਤਿਗੁਰੂ ਜੀ ਇਹ ਸਮਝਾਉਂਦੇ, ਜਦੋਂ ਪਾਤਸ਼ਾਹ ਆਖਿਆ ਤੂੰ ਬੰਦੇ ਮਾਰ ਦਿੰਦਾ, ਵੀ ਤੇਰੇ ਦੇਸ਼ ਜਿਹੜੇ ਹਿੰਦੂ ਆਉਂਦੇ ਆ ਤੂੰ ਮਾਰ ਦਿੰਦਾ ਉਹਨਾਂ ਨੂੰ, ਇਹ ਛੱਡੇਗਾ ਤਾਂ ਬਖਸ਼ਿਆ ਜਾਏਗਾ, ਨਹੀਂ ਤਾਂ ਨਰਕਾਂ ਦੀ ਅੱਗ 'ਚ ਸੜੇਗਾ ਜੁਗਾਂ ਤਾਈਂ। ਤੇ ਰਾਜਾ ਲਾਜਵਰਦ ਮਹਾਰਾਜ ਜੀ ਦੇ ਚਰਨ ਫੜ ਕੇ ਕਹਿੰਦਾ ਪਾਤਸ਼ਾਹ ਜਦੋਂ ਆਪ ਜੀ ਦੇ ਮੈਂ ਚਰਨ ਪਕੜੇ ਤ੍ਰਿਨ ਤੋਰਨ ਕੀ ਸ਼ਕਤ ਨਾ ਰਹੀ। ਜਦੋਂ ਦੇ ਮੈਂ ਤੁਹਾਡੇ ਚਰਨ ਫੜੇ ਨੇ ਮਹਾਰਾਜ, ਤੁਸੀਂ ਬੰਦਾ ਮਾਰਨ ਦੀ ਗੱਲ ਕਰਦੇ ਹੋ, ਗਰੀਬ ਨਵਾਜ ਮੇਰੇ ਕੋਲ ਤਾਂ ਇੱਕ ਘਾਹ ਦਾ ਤਿਣਕਾ ਤੋੜਨ ਦੀ ਵੀ ਤਾਕਤ ਨਹੀਂ ਰਹੀ, ਮੈਂ ਕੁਝ ਵੀ ਨਹੀਂ ਕਰ ਸਕਦਾ। ਇਹਨੂੰ ਕਹਿੰਦੇ ਆਪਣਾ ਆਪ ਸਮਰਪਣ ਕਰ ਦੇਣਾ। ਹੁਣ ਮੈਂ ਕੁਝ ਵੀ ਨਹੀਂ ਕਰ ਸਕਦਾ, ਜਦੋਂ ਤੱਕ ਤੁਹਾਡੇ ਚਰਨਾਂ ਦੀ ਸ਼ਰਨ ਨਹੀਂ ਸੀ ਆਇਆ ਮੈਂ ਬੰਦੇ ਵੀ ਮਾਰਦਾ ਸਾਂ, ਮੈਂ ਰਾਜਾ ਵੀ ਸਾਂ, ਪਰ ਹੁਣ ਤੁਹਾਡੇ ਚਰਨ ਜਦੋਂ ਦੇ ਫੜ ਲਏ ਨੇ ਮਹਾਰਾਜ, ਮੇਰੇ 'ਚ ਕੁਝ ਵੀ ਕਰਨ ਦੀ ਤਾਕਤ ਨਾ ਹਮ ਕੀਆ ਨਾ ਕਰਹਾਂਗੇ ਨਾ ਕਰ ਸਕੈ ਸਰੀਰ। ਮਹਾਰਾਜ ਕੁਝ ਵੀ ਤਾਕਤ ਨਹੀਂ, ਇੱਕ ਘਾਹ ਦਾ ਕਿਣਕਾ ਤੋੜਨ ਦੀ ਵੀ ਸਮਰੱਥਾ ਮੇਰੇ ਪਾਸ ਨਹੀਂ। ਔਰ ਕਹੋ ਜੋ ਕਰਹੁ ਸਹੀ। ਹੁਣ ਤੁਸੀਂ ਹੋਰ ਜੋ ਕਹੋਗੇ ਮੈਂ ਕਰਾਂਗਾ। ਇਹ ਤਾਂ ਹੋ ਗਿਆ ਮਹਾਰਾਜ ਜੋ ਆਪ ਜੀ ਨੇ ਕਿਹਾ, ਹੁਣ ਤਾਂ ਘਾਹ ਦਾ ਕਿਣਕਾ ਤੱਕ ਨਹੀਂ ਮੈਂ ਤੋੜ ਸਕਾਂਗਾ, ਇਹਦੇ ਤੋਂ ਇਲਾਵਾ ਹੁਣ ਕੁਝ ਹੋਰ ਕਹੋ ਜੋ ਮੈਂ ਕਰਾਂ। ਜੇ ਤੈਂ ਹਮਰੀ ਆਇਸ ਮਾਨੀ। ਪਾਤਸ਼ਾਹ ਬੋਲੇ, ਕਹਿੰਦੇ ਰਾਜਾ ਲਾਜਵਰਦ ਜੇ ਤੈਂ ਸਾਡੀ ਆਗਿਆ ਮੰਨ ਲਈ ਐ, ਸਤਨਾਮ ਸਿਮਰੋ ਸੁਖਦਾਨੀ। ਤੇ ਫਿਰ ਏਦਾਂ ਕਰ ਅੱਜ ਤੋਂ ਬਾਅਦ ਜਪਣਾ ਸ਼ੁਰੂ ਕਰ ਦੇ, ਸਤਨਾਮ ਵਾਹਿਗੁਰੂ 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 ਸਤਨਾਮ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਆ ਰਾਜਾ ਲਾਜਵਰਦ ਜੇ ਤਾਂ ਸਾਡੀ ਆਗਿਆ ਮੰਨ ਲਈ ਹੈ ਤੇ ਅਗਲਾ ਹੁਕਮ ਇਹ ਹੈ ਕਿ ਅੱਜ ਤੋਂ ਬਾਅਦ ਸੱਚੇ ਨਾਮ ਦਾ ਜਾਪ ਜਪਿਆ ਕਰ, ਇਸ ਨਾਮ ਦੀ ਕਮਾਈ ਕਰਿਆ ਕਰ। ਕਰ ਆਹਾਰ ਕੋ ਹੇਤ ਖੁਦਾਏ। ਔਰ ਦੂਸਰਾ ਕਰਮ, ਪਹਿਲਾ ਨਾਮ ਜਪਣ ਦਾ, ਫਿਰ ਦੂਸਰਾ ਕਰਮ ਇਹ ਕਿ ਰੱਬ ਦੇ ਨਿਮਿਤ ਲੰਗਰ ਤਿਆਰ ਕਰਿਆ ਕਰ, ਭੋਜਨ ਰੱਬ ਦੇ ਖੁਦਾ ਦੇ ਨਾਂ ਤੇ ਲੰਗਰ ਤਿਆਰ ਕਰਿਆ ਕਰ। ਦੇਸ਼ ਆਪਨੇ ਦੇਗ ਚਲਾਏ। ਔਰ ਉਹ ਲੰਗਰ ਗਰੀਬਾਂ ਵਿੱਚ ਵਰਤਾਇਆ ਕਰ, ਲੋੜਵੰਦਾਂ ਤੇ ਭੁੱਖਿਆਂ ਨੂੰ ਛਕਾਇਆ ਕਰ। ਆਪਣੇ ਦੇਸ਼ ਵਿੱਚ ਲੰਗਰ ਪ੍ਰਥਾ ਚਲਾ, ਆਪਣੇ ਦੇਸ਼ ਵਿੱਚ ਲੰਗਰ ਦੀ ਪ੍ਰਥਾ ਚਲਾ। ਭੁੱਖਾ ਰਹਿਣ ਨ ਕੋ ਪਾਵੇ। ਇਹ ਵੇਖੀ ਤੇਰੇ ਦੇਸ਼ ਵਿੱਚ ਕਿਤੇ ਕੋਈ ਭੁੱਖਾ ਨਾ ਰਹਿਣ ਪਾਵੇ। ਤੂੰ ਰਾਜਾ ਹੈ, ਰਾਜੇ ਦਾ ਇਹ ਕਰਤੱਵ ਬਣਦਾ ਹੈ ਉਹਨੂੰ ਉਦੋਂ ਤੱਕ ਆਪਣੇ ਮੰਜੇ ਤੇ ਪਏ ਨੀਂਦ ਨਾ ਆਵੇ ਜਦੋਂ ਤੱਕ ਉਸ ਇਸ ਗੱਲ ਤੋਂ ਸੰਤੁਸ਼ਟ ਨਾ ਹੋਵੇ ਕਿ ਮੇਰੇ ਦੇਸ਼ ਦੇ ਸਾਰੇ ਲੋਕਾਂ ਨੇ ਭੋਜਨ ਛਕ ਲਿਆ ਤੇ ਇਸ ਵੇਲੇ ਸੰਤੁਸ਼ਟ ਹੋਣਗੇ। ਰਾਜੇ ਦਾ ਧਰਮ ਇਹ ਹੁੰਦਾ, ਰਾਜਾ ਲਾਜਵਰਦ, ਇਹ ਨਹੀਂ ਕਿ ਰਾਜਾ ਆਪ ਸੋਹਣਿਆ ਮਹੱਲਾਂ 'ਚ ਸੁੱਤਾ ਪਿਆ ਹੋਵੇ ਤੇ ਪ੍ਰਜਾ ਭੁੱਖ ਨਾਲ ਕੁਰਲਾਪ ਕਰਦੀ ਮਰਦੀ ਹੋਵੇ। ਇਹ ਰਾਜੇ ਦਾ ਧਰਮ ਨਹੀਂ। ਇੱਕ ਰਾਜੇ ਵਾਸਤੇ ਉਹਦੀ ਤੂੰ ਆਪਣਾ ਪੀਰ ਬਣਾ ਲਿਆ। ਭਇਓ ਮੁਰੀਦ ਸੇਵ ਚਿਤ ਚਾਈ। ਔਰ ਸਤਿਗੁਰਾਂ ਦੇ ਚਰਨਾਂ ਦਾ ਮੁਰੀਦ ਬਣ ਗਿਆ। ਮਹਾਰਾਜ ਮੈਂ ਤੁਹਾਡਾ ਮੁਰੀਦ ਹਾਂ। ਕੇਤਕ ਦਿਵਸ ਬਸੇ ਤੈ ਪੁਰ ਮੈਂ। ਕੁਝ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਗਰ ਵਿੱਚ ਰਹੇ। ਪਸਰਿਓ ਸੁਜਸ ਸਰਵ ਘਰ ਘਰ ਮੈਂ। ਘਰ ਘਰ ਵਿੱਚ ਸਤਿਗੁਰਾਂ ਦਾ ਜਸ ਪਸਰਿਆ, ਸੋਭਾ ਹੋਈ। ਹੋਵਨ ਲਗੀ ਅਤਿਥੀ ਕੀ ਸੇਵਾ। ਸਾਰੇ ਨਗਰ ਵਿੱਚ ਅਤਿਥੀ ਸੇਵਾ ਹੋਣ ਲੱਗੀ। ਜਪੇ ਨਾਮ ਸ਼੍ਰੀ ਅਲਖ ਅਪੇਵਾ। ਸਭ ਪਰਮੇਸ਼ਰ ਦਾ ਜਾਪ ਜਪਣ ਲੱਗੇ, ਅਕਾਲ ਪੁਰਖ ਦਾ ਨਾਮ ਜਪਣ ਲੱਗੇ। ਇਉਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਰੇ ਦੇਸ਼ ਵਿੱਚ ਨਿਰੰਕਾਰ ਦੇ ਨਾਮ ਦਾ ਜਾਪ ਜਪਾਇਆ। ਭਲਾ ਕੀਤਾ, ਪਰਉਪਕਾਰ ਕੀਤਾ ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਨੇ। ਧਰਮਸ਼ਾਲਾ ਸਥਾਪਿਤ ਹੋਈ, ਕਥਾ ਕੀਰਤਨ ਦੇ ਪ੍ਰਵਾਹ ਚੱਲੇ, ਗੁਰੂ ਕੇ ਲੰਗਰ ਦੇਗਾਂ ਚੱਲੀਆਂ। ਗਰੀਬਨ ਬਾਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੋਂ ਅੱਗੇ ਵਧੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਤੇ ਸੁਮਤ ਪ੍ਰਦਾਨ ਕਰਨ।
ਗਾਵਿਆ ਸੁਣਿਆ ਸਾਹਿਬ ਥਾਏ ਪਾਵਨ। ਵਾਹਿਗੁਰੂ 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 ਘਰ ਘਰ ਬਾਬਾ ਗਾਵੀਐ 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 ਵਜਣ ਤਾਲ ਮਿਰਦੰਗਰ ਬਾਬਾ ਵਜਣ ਤਾਲ ਮਿਰਦੰਗਰ ਬਾਬਾ ਵਜਣ ਤਾਲ ਮਿਰਦੰਗ ਬਾਬਾ ਵਜਣ ਤਾਲ ਮਿਰਦੰਗ ਬਾਬਾ ਵਾਹਿਗੁਰੂ 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 ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੈ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੈ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਹੈ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਹਾਰ हे संतः कै सदा संग ਧਾਰਾ ਆਧਾਰ हे ठाकुर हो दासरो ਮੈਂ ਨਿਰਗੁਣ ਗੁਣ ਨਹੀਂ ਕੋਈ नानक दीजा नाम दान ਰਾਖੋਈ ਐ ਪਰੋਏ आए प्रभ शरणागति ਕਿਰਪਾ ਨਿਧ ਦਿਆਲ एक अखर हर मन बस्त ਨਾਨਕ ਹੋਤ ਨਿਆਲ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर से बंदे ਗੁਰ ਪਾਰੇ ਉਤਾਰਨਿਆਰ वाहिगुरु नाम जहाज है ਚੜੇ ਸੋ ਤੇਰੇ ਪਾਰ जो शरदा कर से बंदे ਗੁਰ ਪਾਰੇ ਉਤਾਰਨਿਆਰ वाहिगुरु जी का खालसा वाहिगुरु जी की फतेह।